ਬਾਈ ਜੀ ਆਪਾਂ ਪਾਲਦੀ ਅੱਡੇ ਤੇ ਖੜੇ ਆ ਜਿਹੜਾ ਸੇਵਾ ਕੇਂਦਰ ਬੰਦ ਪਿਆ ਆ ਤੇ ਇਹ ਕਿੰਨੇ ਕੁ ਸਮੇਂ ਤੋਂ ਬੰਦ ਹੋਇਆ ਆ? ਇਹ ਜਦੋਂ ਤੋਂ ਕਾਂਗਰਸ ਸਰਕਾਰ ਆਈ ਸੀਗੀ ਇਹ ਉੱਤੋਂ ਬੰਦ ਪਿਆ। ਪਿਛਲੇ 5 ਸਾਲ ਹੋ ਗਏ ਮੈਨੂੰ ਲੱਗਦਾ ਜੀ, ਉਦੋਂ ਹੀ ਬੰਦ ਪਿਆ ਜੀ। ਇਹ ਬਾਦਲ ਸਰਕਾਰ ਨੇ ਇਹ ਸ਼ੁਰੂ ਕੀਤੇ ਸੀ, ਕਾਂਗਰਸ ਨੇ ਬੰਦ ਕਰਾ ਦਿੱਤੇ ਸੀ ਤੇ ਹੁਣ ਨਵੀਂ ਸਰਕਾਰ ਆਪ ਦੀ ਆਈ ਆ। ਹੁਣ ਕਿੱਥੇ ਜਾਣਾ ਪੈਂਦਾ ਤੁਹਾਨੂੰ? ਜਾਂ ਸਾਨੂੰ ਮਾਲਪੁਰ ਜਾਣਾ ਪੈਂਦਾ ਜੀ, ਜਾਂ ਸਾਡੇ ਲਾਗੇ ਸੇਵਾ ਕੇਂਦਰ ਹੈਗਾ ਕਟਾਰੀਆਂ। ਉੱਥੇ ਕੀ ਸਮੱਸਿਆਵਾਂ ਆਉਂਦੀਆਂ ਤੁਹਾਨੂੰ? ਉੱਥੇ ਸਾਡੀ ਪਹਿਲਾਂ ਤਾਂ ਬਾਰੀ ਨਹੀਂ ਆਉਂਦੀ, ਅਗਲੇ ਦਿਨ ਫੇਰ ਸਾਨੂੰ ਜਾਣਾ ਪੈਂਦਾ। ਡਬਲ ਖੱਜਲ ਖਵਾਰੀ ਹੁੰਦੀ ਹੈ ਭਾਜੀ। ਮੌਜੂਦਾ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਸਾਡੇ ਸੇਵਾ ਕੇਂਦਰਾਂ ਨੂੰ ਦੁਬਾਰਾ ਤੋਂ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਜਿਹੜੇ ਏਰੀਏ ਦੇ ਲੋਕ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ। ਕਿੱਦਾਂ ਦਾ ਬਾਈ ਜੀ, ਕੀ ਹਾਲਾਤ ਵਾ ਹੁਣ ਇਹਦੇ? ਹੁਣ ਭਾਜੀ ਇਹਦੇ ਇਹ ਹਾਲਾਤ ਇਹ ਨਸ਼ਈਆਂ ਦਾ ਪਹਿਲੀ ਗੱਲ ਤਾਂ ਅੱਡਾ ਬਣ ਚੁੱਕਾ ਆ। ਇੱਥੇ ਜੋ ਅੰਦਰ ਸਮਾਨ ਸੀ, ਏਸੀ ਸੀ, ਬੈਟਰੀਆਂ ਇਨਵਰਟਰ ਵਗੈਰਾ ਸੀ, ਉਹ ਸਾਰਾ ਕੁਝ ਚੋਰ ਚੁੱਕ ਕੇ ਲੈ ਗਏ ਆ। ਤੁਸੀਂ ਇਹਦੇ ਹਾਲਾਤ ਦੇਖ ਸਕਦੇ ਆ, ਬਹੁਤ ਮਾੜੇ ਹਾਲ ਆ। ਏਸੀ ਤੱਕ ਵੀ ਲਾ ਕੇ ਲੈ ਗਏ। ਅਮਲੀਆਂ ਨਸ਼ਈਆਂ ਨੇ ਸਾਰਾ ਕੁਝ ਛੱਡਿਆ ਹੀ। ਆਮ ਜਨਤਾ ਨੂੰ ਹੁਣ ਮਾਲਪੁਰ ਜਾਣਾ ਪੈਂਦਾ ਹਰ ਕੰਮ ਜੋ ਵੀ ਹੈਗਾ। ਹੁਣ ਕੰਮ ਜੋ ਵੀ ਹੈਗਾ ਇੱਥੇ ਕਰਾਉਣਾ ਹੁੰਦਾ, ਜੋ ਉਹ ਮਾਲਪੁਰ ਕਰਾਉਣਾ ਪੈਂਦਾ ਜਾਨੂੰ। ਜਾਣੇ ਚਾਹੀਦਾ ਜੀ। ਇਹ ਕਿਤੇ ਬਿੱਲ ਬੁੱਲ ਇੱਥੇ ਦਿੰਦੇ ਰਹੇ ਆ, ਜੇ ਕੋਰਟ ਬਿੱਲ ਦੇਣ ਦਾ ਡਰ ਰਹਿੰਦਾ ਅਗਲਾ ਥੱਪੜ ਦੋ ਮਾਰੇ ਸਿਆਣੇ ਤੇ ਖੋਲ੍ਹ ਹੈ, ਕੀ ਫੜ ਲੈਣਾ ਜੀ। ਇੱਥੇ ਘਰ ਦੇ ਕੇ ਇੱਥੋਂ ਮੁੜ ਜੇ ਤੇ ਤੁਰ ਕੇ ਇਹ ਖੋਲ੍ਹਣਾ ਚਾਹੀਦਾ, ਘਲਾਓ। ਹੁਣ ਮਾਲਪੁਰ ਜਾਣਾ ਪੈਂਦਾ, ਉੱਥੇ ਰਸ਼ ਬਹੁਤ ਹੁੰਦਾ, ਟਾਈਮ ਵਿੱਚ ਸਾਰਾ ਦਿਨ ਉੱਥੇ ਰਹੋ। ਸਾਰਾ ਦਿਨ ਲੱਗ ਜਾਂਦਾ। ਹਾਂ, ਇਹ ਆਧਾਰ ਕਾਰਡ, ਪੈਨ ਕਾਰਡ, ਲਾਇਸੈਂਸ, ਪਾਸਪੋਰਟ, ਲੇਬਰ ਕਾਰਡ, ਹੈਲਥ ਕਾਰਡ, ਪੈਨਸ਼ਨ ਕਾਰਡ, ਬਿਜਲੀ ਦੇ ਬਿੱਲ, ਡਿਸ਼ ਰੀਚਾਰਜ, ਅਨੇਕਾਂ ਕਈ ਹੋਰ ਸੁਵਿਧਾਵਾਂ ਵੀ ਇੱਥੇ ਉਪਲਬਧ ਸੀਗੀਆਂ, ਪਰ ਹੁਣ ਇਹ ਜਿੰਦੇ ਲੱਗ ਗਏ ਉਹ ਆ। ਮਾਲਪੁਰ ਇੱਥੋਂ ਕਿੰਨੇ ਕਿਲੋਮੀਟਰ ਬਣਦਾ ਜੀ? ਮਾਲਪੁਰ ਹੋਣਾ ਜੀ 16-17 ਕਿਲੋਮੀਟਰ। ਇੱਕ ਦਿਨ 'ਚ ਬਾਈ ਜੀ ਕੰਮ ਹੋ ਜਾਂਦਾ ਉੱਥੇ? ਨਹੀਂ ਜੀ, ਬਹੁਤ ਟਾਈਮ ਲੱਗ ਜਾਂਦਾ, 3-4 ਦਿਨ ਲੱਗਦੇ ਆ ਜੀ। ਗੇੜੇ ਵੀ 3-4 ਲੱਗ ਜਾਂਦੇ ਆ। ਸਰਕਾਰ ਨੂੰ ਅਪੀਲ ਇਹ ਕਰਦੇ ਆ ਵੀ ਇਹ ਮੁੜ ਕੇ ਦੁਬਾਰਾ ਖੋਲ੍ਹੇ ਜਾਣ ਜੀ। ਜਦੋਂ ਤੁਸੀਂ ਹੁਣ ਮਾਲਪੁਰ ਜਾਂਦੇ ਤੁਹਾਨੂੰ ਕੀ ਸਮੱਸਿਆ ਪੇਸ਼ ਆਉਂਦੀ ਆ? ਮਾਲਪੁਰ ਜਦੋਂ ਅਸੀਂ ਉੱਥੇ ਜਾਂਦੇ ਹਾਂ, ਉੱਥੇ 50-60 ਪਿੰਡ ਕੰਮ ਕਰਾਉਣ ਆਉਂਦੇ ਆ ਤੇ ਸਾਨੂੰ ਟੋਕਨ ਦਿੱਤੇ ਜਾਂਦੇ ਆ, ਪਰ ਸਾਡੀ ਵਾਰੀ ਨਹੀਂ ਆਉਂਦੀ ਟੋਕਨ ਦੇ ਕੇ, ਤੇ ਸਾਡੇ 2-2 3-3 ਦਿਨ ਖਰਾਬ ਹੋ ਜਾਂਦੇ ਜੀ। ਬਾਈ ਜੀ ਹੁਣਾਂ ਨੇ ਦੱਸਿਆ ਵੀ ਜਦੋਂ ਮਾਲਪੁਰ ਜਾਂਦੇ ਆ ਇਹ ਉੱਥੇ 50-60 ਪਿੰਡਾਂ ਦਾ ਇੱਕ ਸੇਵਾ ਕੇਂਦਰ ਬਣਾ ਦਿੱਤਾ ਤੇ ਥੋੜੇ ਜਿਹੇ ਉਹ ਟੋਕਨ ਜਿਹੜੇ ਆ ਉਹ ਜਾਰੀ ਕਰਦੇ ਆ, ਤੇ ਇਸ ਕਰਕੇ 2-3 ਦਿਨ ਵੀ ਲੱਗ ਜਾਂਦੇ ਆ। ਜਿਹੜਾ ਆਮ ਗਰੀਬ ਬੰਦਾ ਆ ਉਹ ਆਪਣੀਆਂ 2-3 ਦਿਹਾੜੀਆਂ ਖਰਾਬ ਕਰਕੇ ਉੱਥੇ ਸੇਵਾ ਕੇਂਦਰਾਂ ਵਿੱਚੋਂ ਕੰਮ ਕਰਾਉਂਦਾ। ਜਦੋਂ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਸੀ ਤਾਂ ਇੱਕ ਦਿਨ ਦੇ ਵਿੱਚ ਕੀ ਅੱਧੀ ਦਿਹਾੜੀ ਵਿੱਚ ਕੰਮ ਹੋ ਜਾਂਦਾ ਸੀਗਾ। ਇਹ ਜਿਹੜਾ ਈਸਪੁਰ ਦਾ ਇਹ ਸੇਵਾ ਕੇਂਦਰ ਕਦੇ ਇੱਕ ਸਮੇਂ ਤੋਂ ਬੰਦ ਪਿਆ ਆ? ਤਕਰੀਬਨ ਇਹਨੂੰ ਹੋਏ ਗਏ ਜੀ, ਇਹਨੂੰ 5 ਸਾਲ। ਉਹਦੇ ਕਦਾ ਹੀ ਬੰਦ ਆ, ਜਦੋਂ ਸਰ ਬਣੀ ਸੀ ਕੈਪਟਨ ਸਰਕਾਰ ਉੱਦਾਂ ਹੀ ਬੰਦ ਆ। ਜਿਹੜੇ ਤੁਸੀਂ ਮਾਲਪੁਰ ਜਾਂਦੇ ਆ 15 ਕਿਲੋਮੀਟਰ ਚੱਲ ਕੇ, ਕੀ ਤੁਹਾਡਾ ਇੱਕੋ ਦਿਨ ਕੰਮ ਹੋ ਜਾਂਦਾ ਉੱਥੇ? ਨਹੀਂ ਹੁੰਦਾ ਜੀ, ਨਹੀਂ ਹੁੰਦਾ। ਉੱਥੇ ਨੰਬਰ ਹੀ ਨਹੀਂ ਲੱਗਦਾ। ਟੋਕਨ ਦੇਂਦੇ ਆ, ਉਹ ਤੁਹਾਡਾ 4 ਵਜੇ ਜਦ ਕੱਲ੍ਹ ਨੂੰ ਦੂਏ ਦਿਨ ਆਉਂਦਾ, ਤੀਏ ਦਿਨ ਵਾਰੀ ਆਉਂਦੀ ਆ। ਇੱਦਾਂ ਹੀ ਖੰਡਰ ਬਣਦੇ ਜਾ ਰਹੇ ਆ। ਬਿਲਕੁਲ ਜੀ, ਬਿਲਕੁਲ। ਇੰਨਾ ਲੱਖਾਂ ਰੁਪਈਆ ਬਰਬਾਦ ਹੋਈ ਜਾਂਦਾ। ਦਰਸ਼ਕੋ, ਹੁਣ ਅਸੀਂ ਪਹੁੰਚੇ ਆ ਪਿੰਡ ਬਿੰਜੋ। ਇੱਥੇ ਦਾ ਸੇਵਾ ਕੇਂਦਰ ਵੀ ਉਹਨਾਂ ਹਾਲਾਤਾਂ ਵਿੱਚ ਹੀ ਆ ਜਿਹੜੇ ਪਿੱਛੇ ਤੁਹਾਨੂੰ ਦਿਖਾ ਕੇ ਆਏ ਆ। ਆਹ ਦੇਖੋ ਮੇਰੇ ਪਿੱਛੇ ਕਿੱਡੀ ਕਿੱਡੀ ਭੰਗ ਉੱਗ ਗਈ ਆ, ਠੀਕ ਹੈ ਕਿ ਨਹੀਂ? ਇੰਨੀਆਂ ਵਧੀਆ ਬਿਲਡਿੰਗਾਂ ਦਾ ਕੀ ਹਾਲ ਬਣ ਗਿਆ ਆ। ਕਟਾਰੀਆਂ ਜਾਂ ਗੜਸ਼ੰਕਰ ਜਾਣਾ ਪੈਂਦਾ? ਹਾਂਜੀ। ਕਿੰਨਾ ਕੁ ਸਮਾਂ, ਕਿੰਨੇ ਕਿਲੋਮੀਟਰ ਇੱਥੋਂ ਕਟਾਰੀਆਂ? 10 ਕਿਲੋਮੀਟਰ ਤੇ ਇਹ ਹੈਗਾ 20 ਕਿਲੋਮੀਟਰ। ਤੇ ਉੱਥੇ ਕੀ ਇੱਕੋ ਦਿਨ ਵਿੱਚ ਕੰਮ ਹੁੰਦਾ? ਨਹੀਂ ਹੁੰਦਾ, ਕਈ ਦਿਨ ਚੱਕਰ ਲੱਗਦੇ। ਸਰਕਾਰ ਨੂੰ, ਗੌਰਮੈਂਟ ਨੂੰ ਇਹੀ ਅਪੀਲ ਹੈ ਜਿਹੜਾ ਸੁੱਖ ਸੁਵਿਧਾ ਹੈਗੀ ਆ ਉਹਨੂੰ ਬਹਾਲ ਕਰਨਾ ਚਾਹੀਦਾ। ਖੋਲ੍ਹਣੀ ਚਾਹੀਦੀ ਲਾਜ਼ਮੀ। ਇਹਨਾਂ ਦਾ ਕੀ ਫਾਇਦਾ ਸੀ ਆਮ ਜਨਤਾ ਨੂੰ? ਇਹਦਾ ਗਰੀਬ ਬੰਦੇ ਜਿਹੜੇ ਆਮ ਜਿਹੜੇ ਨਹੀਂ ਜਾ ਸਕਦੇ ਉਹਨਾਂ ਨੂੰ ਸਭ ਤੋਂ ਵਧੀਆ ਫਾਇਦਾ ਆ। ਬਜ਼ੁਰਗ ਸਿਆਣੇ ਨਹੀਂ ਜਾ ਸਕਦੇ ਹੈਗੇ, ਗੜਸ਼ੰਕਰ ਤੋਂ ਬਿਨਾਂ ਕੰਮ ਨਹੀਂ ਹੁੰਦਾ ਹੈਗਾ। ਆਓ ਦਿਖਾਉਂਦੇ ਆ ਮਜਾਰਾ ਡਿੰਗਰੀਆਂ ਦੇ ਸੇਵਾ ਕੇਂਦਰ ਦਾ ਹਾਲ। ਇਹਦੇ ਵਿੱਚ ਏਸੀ ਫਿੱਟ ਹੁੰਦਾ, ਇੱਥੋਂ ਏਸੀ ਵੀ ਕੋਈ ਕੱਢ ਕੇ ਲੈ ਗਿਆ। ਆਹ ਦੇਖੋ ਸਾਇਲੈਂਟ ਜਨਰੇਟਰ ਪਿਆ ਸੀ ਇੱਥੇ, ਇਹਦੇ ਪਾਰਟ ਵੀ ਕੱਢ ਲੈ ਗਏ ਆ। ਇਹ ਘੱਟੋ ਘੱਟ 2.5-3 ਲੱਖ ਤੋਂ ਉੱਪਰ ਦਾ ਜਨਰੇਟਰ ਹੋਣਾ ਆ। ਤੇ ਉਹਨਾਂ ਤੋਂ ਅਪੀਲ ਹੈ ਕਿ ਇਹਨੂੰ ਸ਼ੁਰੂ ਕੀਤਾ ਜਾਵੇ ਕਿ ਜਿਹੜੇ ਅਸੀਂ ਗੜਸ਼ੰਕਰ ਜਾ ਕੇ ਧੱਕੇ ਖਾਂਦੇ ਹਾਂ ਜਾਂ ਜੱਸੋਵਾਲ ਜਾ ਕੇ ਧੱਕੇ ਖਾਂਦੇ ਉਹ ਸਾਡੇ ਧੱਕੇ ਬੰਦ ਹੋ ਜਾਣ। ਕੋਈ ਵੀ ਨਹੀਂ, ਪਹਿਲਾਂ ਸਾਨੂੰ ਜੱਸੋਵਾਲ ਪਹਿਲੀ ਵਾਰੀ ਆਧਾਰ ਕਾਰਡ ਉੱਥੇ ਜੱਸੋਵਾਲ ਬਣਨਾ ਆ। ਹੁਣ ਮੈਂ ਦੇਖਦਾ ਜੱਸੋਵਾਲ ਜਾਊਂਗਾ, ਪਹਿਲਾਂ ਕਿਤੇ ਆਪਣੀ ਦਿਹਾੜੀ ਭੰਨੂਗਾ, ਉਹ ਵੀ ਦੇਖੂੰਗਾ ਜਿੱਦਣ ਫੁੱਟਦੀ ਮੇਰਾ ਟਾਈਮ ਹੋਊਗਾ ਉਦਣ ਜਾ ਹੋਣਾ ਆ। ਸਾਨੂੰ ਵੀ ਜ਼ਰੂਰੀ ਚਾਹੀਦਾ ਆ। ਅੱਗੇ ਸੀਗਾ ਇੱਥੇ ਚੱਲ ਪ੍ਰੋਬਲਮ ਕੋਈ ਵੀ ਹੱਲ ਹੋ ਜਾਂਦੀ ਸੀ। ਜਿਹੜੀ ਸੁਵਿਧਾ ਸੈਂਟਰਾਂ ਦੀ ਗੱਲ ਆ, ਇਹਦਾ ਬੜਾ ਸੁੱਖ ਸੀ ਸਾਨੂੰ ਪਿੰਡਾਂ ਵਾਲਿਆਂ ਨੂੰ। ਜਿਵੇਂ 6-7 ਪਿੰਡਾਂ ਨਾਲ ਅਟੈਚ ਆ ਸਾਡਾ, ਜੇ ਖੁੱਲ੍ਹ ਜਾਣ
ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ। ਇੱਥੇ ਕੋਰਟ ਮੈਰਿਜਾਂ ਬਾਕੀ ਹੋਰ ਜਿੰਨੇ ਵੀ ਅਸਰਾ ਲਾਇਸੈਂਸ ਹੋਰ ਲਾਇਸੈਂਸ ਸਾਰੇ ਜਿਹੜੇ ਕੰਮ ਸੇ ਇੱਥੇ ਹੁੰਦੇ ਸੀ ਸਾਰੇ, ਜਿਹਦੇ ਲਈ ਹੁਣ ਸਾਨੂੰ ਇੱਕ ਦੋ ਜਿੱਥੇ ਰਸ਼ ਕਹਿਰ ਦਾ ਹੁੰਦਾ ਉੱਥੇ ਜਾਣਾ ਪੈਂਦਾ। ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਵੀ ਸਰਕਾਰ ਨੂੰ ਇੱਕ ਅਪੀਲ ਵਾ ਵੀ ਇਹ ਬਿਲਡਿੰਗਾਂ ਨੂੰ, ਇਹ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਜਿਹੜਾ ਆਮ ਇਨਸਾਨ ਵਾ ਉਹਨੂੰ ਇਹਨਾਂ ਦੀਆਂ ਸਹੂਲਤਾਂ ਦਾ ਲਾਭ ਹੋਵੇ। ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਵ ਭਾਟਾ ਸਵਾਗਤ ਕਰਦਾ ਹਾਂ। ਦੋਸਤੋ, ਮੇਰੇ ਪਿੱਛੇ ਦੀ ਬਿਲਡਿੰਗ ਦੇਖ ਕੇ ਸਮਝ ਗਏ ਹੋਵੋਗੇ ਕਿ ਅਸੀਂ ਕਿੱਥੇ ਖੜੇ ਹਾਂ। ਅੱਜ ਅਸੀਂ ਖੜੇ ਹਾਂ ਪਿੰਡ ਪਾਲ ਦੀ ਅੱਡੇ ਦੇ ਉੱਤੇ, ਜਿਹੜਾ ਸੇਵਾ ਕੇਂਦਰ ਆ ਉਸ ਬਿਲਡਿੰਗ ਦੇ ਵਿੱਚ ਖੜੇ ਹਾਂ। ਜੇ ਮੈਂ ਇਹਨਾਂ ਸੇਵਾ ਕੇਂਦਰਾਂ ਦੀ ਗੱਲ ਕਰਾਂ, ਇਹ ਬਾਦਲ ਸਰਕਾਰ ਨੇ ਤਕਰੀਬਨ 21-2200 ਸੇਵਾ ਕੇਂਦਰ ਖੋਲ੍ਹਿਆ ਸੀ। ਕੈਪਟਨ ਸਰਕਾਰ ਮੁੜ ਕੇ ਆਈ ਤੇ ਉਹਨੇ ਇਹ ਤਕਰੀਬਨ 1600 ਦੇ ਕਰੀਬ ਇਹ ਸੇਵਾ ਕੇਂਦਰ ਬੰਦ ਕਰ ਦਿੱਤੇ ਤੇ 500 ਦੇ ਕਰੀਬ ਹਜੇ ਸੇਵਾ ਕੇਂਦਰ ਚੱਲ ਰਹੇ ਆ। ਹੁਣ ਮੌਜੂਦਾ ਸਰਕਾਰ ਜਿਹੜੀ ਆ ਆਪ ਦੀ ਆਈ ਆ ਤੇ ਇੱਕ ਨਿੱਕੀ ਜਿਹੀ ਕੋਸ਼ਿਸ਼ ਵਾ ਵੀ ਇਹ ਸੇਵਾ ਕੇਂਦਰਾਂ ਨੂੰ ਮੁੜ ਕੇ ਬਹਾਲ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਲ ਨਜ਼ਦੀਕੀ ਪਿੰਡਾਂ ਦੇ ਵਸਨੀਕ ਆ ਉਹਨਾਂ ਨੂੰ ਜਿਹੜੀਆਂ ਹੁਣ ਸਮੱਸਿਆਵਾਂ ਆਉਂਦੀਆਂ ਆ ਉਹ ਸਮੱਸਿਆਵਾਂ ਘੱਟ ਆਉਣ। ਤੁਸੀਂ ਇਹਨਾਂ ਬਿਲਡਿੰਗਾਂ ਦਾ ਹਾਲ ਦੇਖ ਲਓ ਕੀ ਆ। ਤਕਰੀਬਨ ਇਸ ਬਿਲਡਿੰਗ ਦੇ ਉੱਤੇ ਉਸ ਸਮੇਂ 15 ਤੋਂ ਲੈ ਕੇ 20 ਲੱਖ ਰੁਪਏ ਉਸ ਸਮੇਂ ਖਰਚਾ ਆਇਆ ਸੀ, ਪਰ ਹੁਣ ਜਿਹੜੇ ਹਾਲਾਤ ਆ ਤੁਸੀਂ ਦੇਖ ਸਕਦੇ ਆ। ਇਸ ਬਿਲਡਿੰਗ ਦੇ ਟੁੱਟੇ ਹੋ ਆ, ਅੰਦਰ ਕੁਛ ਵੀ ਨਹੀਂ ਹੈਗਾ, ਇੱਥੇ ਕੁਛ ਵੀ ਨਹੀਂ ਹੈਗਾ। ਇੱਥੇ ਇੱਕ ਚੇਅਰ ਪਈ ਆ ਸਿਰਫ, ਇਹ ਪਤਾ ਨਹੀਂ ਇਹਦੀ ਕੌਣ ਦੇਖਭਾਲ ਕਰਦਾ ਕੌਣ ਨਹੀਂ ਦੇਖਭਾਲ ਕਰਦਾ। ਏਸੀ ਵੀ ਕੋਈ ਪੱਟ ਕੇ ਲੈ ਗਿਆ ਆ। ਇਹ ਨਸ਼ੇੜੀਆਂ ਦੇ ਕੰਮ ਆ। ਇਸੇ ਕਰਕੇ ਇਹ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਵਾ ਵੀ ਇਹਨਾਂ ਸੇਵਾ ਕੇਂਦਰਾਂ ਨੂੰ ਮੁੜ ਕੇ ਬਹਾਲ ਕੀਤਾ ਜਾਵੇ, ਕਿਉਂਕਿ ਇਹਨਾਂ ਬਿਲਡਿੰਗਾਂ ਦੇ ਉੱਤੇ ਤਕਰੀਬਨ 15 ਤੋਂ ਲੈ ਕੇ 20 ਲੱਖ ਰੁਪਏ ਖਰਚ ਆਇਆ ਸੀ, ਪਰ ਇਹ ਜਿਹੜੇ ਸੇਵਾ ਕੇਂਦਰ ਸੀਗੇ ਇਹਨਾਂ ਦੀਆਂ ਸਹੂਲਤਾਂ ਬਹੁਤ ਸੀ। ਆਮ ਜਿਹੜੇ ਲੋਕਲ ਪਿੰਡ ਸੀ, ਪਹਿਲਾਂ ਸਿਰਫ 6 ਤੋਂ 7 ਪਿੰਡਾਂ ਨੂੰ ਇੱਕ ਸੇਵਾ ਕੇਂਦਰ ਸੀਗਾ। ਇਸ ਕਰਕੇ ਜਿਹੜੇ ਛੋਟੇ ਮੋਟੇ ਕੰਮ ਹੁੰਦੇ ਸੀ, ਕਿਸੇ ਨੇ ਆਧਾਰ ਕਾਰਡ ਬਣਾਉਣਾ ਸੀ, ਕਿਸੇ ਨੇ ਫਰਦ ਕਢਾਉਣੀ ਸੀ, ਇਹਨਾਂ ਸੇਵਾ ਕੇਂਦਰਾਂ ਵਿੱਚੋਂ ਨਿਕਲ ਜਾਂਦੀ ਸੀ। ਪਰ ਹੁਣ ਜਦੋਂ ਮਾਲਪੁਰ, ਸਾਡੇ ਇੱਥੇ 5 ਕਿਲੋਮੀਟਰ ਮਾਲਪੁਰ ਸੇਵਾ ਕੇਂਦਰ ਵਾ, ਉਸ ਸੇਵਾ ਕੇਂਦਰ ਨੂੰ ਤਕਰੀਬਨ 50-55 ਪਿੰਡ ਪੈਂਦੇ ਆ। ਤੁਸੀਂ ਆਪ ਹਿਸਾਬ ਲਾ ਲਓ ਵੀ ਜਿੱਥੇ ਪਹਿਲਾਂ ਇੱਕ ਸੇਵਾ ਕੇਂਦਰ ਨੂੰ 5-6 ਪਿੰਡ ਪੈਂਦੇ ਸੀ ਤੇ ਹੁਣ 50-60 ਪਿੰਡ ਪੈਂਦੇ ਹੋਣਗੇ, ਤਾਂ ਉੱਥੇ ਕੰਮ ਕਿੱਦਾਂ ਚੱਲਦਾ ਹੋਵੇਗਾ। ਮੈਂ ਆਪਣੇ ਕੈਮਰਾਮੈਨ ਦੋਸਤ ਨੂੰ ਕਹਾਂਗਾ ਕਿ ਪਿੱਛੇ ਦੇ ਹਾਲ ਵੀ ਦਿਖਾਏ ਜਾਣ। ਆ ਪਿੱਛੇ ਦੇਖੋ ਤੁਸੀਂ, ਜਨਰੇਟਰ ਵਾ ਤਕਰੀਬਨ ਇਹਦੀ ਕੀਮਤ 3-3.5 ਲੱਖ ਹੋਵੇਗੀ, ਪਰ ਇਹਦਾ ਹੁਣ ਕੋਈ ਵੀ ਕੰਮ ਨਹੀਂ ਰਹਿ ਚੁੱਕਾ ਇਸ ਸੇਵਾ ਕੇਂਦਰ ਦੇ ਅੰਦਰ। ਤੁਸੀਂ ਦੇਖੋ ਕਿੰਨੀਆਂ ਵਧੀਆ ਬਿਲਡਿੰਗਾਂ ਬਣਾਈਆਂ ਸੀ ਉਸ ਸਮੇਂ, 15 ਤੋਂ 16 ਲੱਖ ਰੁਪਇਆ। ਆ ਬਾਥਰੂਮ ਸੀ, ਉਦੋਂ ਜਿਹੜੇ ਇੱਥੇ ਪਿੰਡਾਂ ਦੇ ਲੋਕਲ ਵਸਨੀਕ ਸੀ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਗਈਆਂ ਸੀ, ਪੂਰਾ ਖਿਆਲ ਰੱਖਿਆ ਸੀ। ਇਹ ਵਧੀਆ ਪ੍ਰੋਜੈਕਟ ਸੀਗਾ। ਇੱਕ ਪਤਾ ਨਹੀਂ ਕੀ ਮਜਬੂਰੀਆਂ ਰਹੀਆਂ ਸਰਕਾਰਾਂ ਦੀਆਂ, ਸਰਕਾਰ ਨੇ ਇਹ ਬੰਦ ਕਰਾ ਦਿੱਤੇ। ਪਰ ਇਹਨਾਂ ਦੇ ਬੰਦ ਹੋਣ ਦੇ ਨਾਲ ਆਮ ਲੋਕਾਂ ਨੂੰ ਬਹੁਤ ਸਮੱਸਿਆਵਾਂ ਆਈਆਂ। ਤੁਸੀਂ ਦੇਖੋ ਪਹਿਲਾਂ ਜਦੋਂ ਇਹ ਸੇਵਾ ਕੇਂਦਰ ਚੱਲਦੇ ਸੀ, ਇੱਥੇ ਦੇ ਲੋਕਲ ਦੱਸਦੇ ਵੀ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ। ਹੁਣ ਕਿੱਦਾਂ ਬੀਆਬਾਨ ਉੱਜੜ ਗਿਆ, ਸਭ ਕੁਝ ਉੱਜੜਿਆ ਪਿਆ, ਕਿੱਡੇ ਦਰਖਤ ਹੋ ਗਏ ਆ। ਆ ਪੰਜਾਬ ਸਰਕਾਰ ਦੇ ਲੋਗੋ ਉੱਦਾਂ ਹੀ ਲੱਗੇ ਰਹਿ ਗਏ ਆ। ਇਹ ਹੁਣ ਆਪ ਸਰਕਾਰ ਨੂੰ ਛੋਟੀ ਜਿਹੀ ਬੇਨਤੀ ਆ ਵੀ ਇਹਨਾਂ ਸੇਵਾ ਕੇਂਦਰਾਂ ਨੂੰ ਮੁੜ ਕੇ ਖੋਲ੍ਹਿਆ ਜਾਵੇ ਤਾਂ ਕਿ ਜਿਹੜੇ ਲੋਕਲ ਛੋਟੇ ਪਿੰਡ ਆ ਉਹਨਾਂ ਨੂੰ ਇਹਨਾਂ ਦੀਆਂ ਸਹੂਲਤਾਂ ਮਿਲ ਸਕਣ। ਜੇ ਇਹ ਖੁੱਲ੍ਹਦੇ ਆ ਤਾਂ ਆਮ ਜਿਹੜੀ ਲੋਕ ਆ, ਆਮ ਪਬਲਿਕ, ਉਹਨਾਂ ਦਾ ਟਾਈਮ ਬਚੇਗਾ ਤੇ ਉਹ ਆਪਣੇ ਹੋਰ ਕੰਮ ਵੀ ਕਰ ਸਕਣਗੇ। ਦੋਸਤੋ ਆਹ ਦੇਖੋ, ਚੋਰਾਂ ਦਾ ਕੋਈ ਦੀਨ ਇਮਾਨ ਤਾਂ ਨਹੀਂ ਹੁੰਦਾ। ਆਹ ਬਲੌਕ ਲੱਗੇ ਹੋ ਸੀ ਪਹਿਲਾਂ ਇਸ ਵਿਹੜੇ ਦੇ ਅੰਦਰ, ਜੇ ਤੁਸੀਂ ਦੇਖ ਪਾਉਂਦੇ ਹੋਗੇ ਵੀ ਆਹ ਕੋਈ ਬਲੌਕ ਵੀ ਪੱਟ ਕੇ ਲੈ ਗਿਆ ਇੱਥੋਂ। ਆਹ ਮਿੱਟੀ ਆ ਤੇ ਆਹ ਬਲੌਕ ਲੱਗੇ ਹੋ ਆ। ਸਰਕਾਰ ਜੇ ਇਹਨਾਂ ਬਿਲਡਿੰਗਾਂ ਤੇ ਇੰਨਾ ਪੈਸਾ ਖਰਚਦੀ ਆ ਤਾਂ ਉਹਦਾ ਰੱਖ ਰਖਾਅ ਵੀ ਰੱਖਣਾ ਚਾਹੀਦਾ ਆ, ਕਿਉਂਕਿ ਜਿਹੜੀ ਸਰਕਾਰ ਹੁਣ ਆਈ ਉਹ ਆਮ ਆਦਮੀ ਪਾਰਟੀ ਆ, ਇਸ ਕਰਕੇ ਉਹ ਆਮ ਬੰਦੇ ਦੀ ਸਰਕਾਰ ਮੰਨੀ ਗਈ ਆ। ਇਸ ਲਈ ਇਹਨਾਂ ਸੇਵਾ ਕੇਂਦਰਾਂ ਨੂੰ ਮੁੜ ਕੇ ਸ਼ੁਰੂ ਕਰਨਾ ਚਾਹੀਦਾ ਸਰਕਾਰ ਨੂੰ, ਤਾਂ ਕਿ ਆਮ ਲੋਕਾਂ ਨੂੰ ਬਹੁਤੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਬਾਈ ਜੀ? ਮੇਰਾ ਪਿੰਡ ਪਾਲ ਦੀ ਆ ਜੀ। ਕੀ ਨਾਮ ਜੀ? ਮੇਰਾ ਨਾਮ ਬਲਜਿੰਦਰ ਸਿੰਘ, ਉਹਦਾ ਤਲਵੰਡੀ ਕਹਿੰਦੇ ਮੈਨੂੰ।
ਬਾਈ ਜੀ ਆਪਾਂ ਪਾਲਦੀ ਅੱਡੇ ਤੇ ਖੜੇ ਆ ਆ ਜਿਹੜਾ ਸੇਵਾ ਕੇਂਦਰ ਬੰਦ ਪਿਆ ਆ ਹਾਂਜੀ ਤੇ ਇਹ ਕਿੰਨੇ ਕੁ ਸਮੇਂ ਤੋਂ ਬੰਦ ਹੋਇਆ ਆ? ਇਹ ਜਦੋਂ ਤੋਂ ਕਾਂਗਰਸ ਸਰਕਾਰ ਆਈ ਸੀਗੀ ਇਹ ਉਤੋਂ ਬੰਦ ਪਿਆ, ਪਿਛਲੇ 5 ਸਾਲ ਹੋ ਗਏ ਮੈਨੂੰ ਲੱਗਦਾ ਜੀ, ਉਦੋਂ ਹੀ ਬੰਦ ਪਿਆ ਜੀ ਇਹ। ਬਾਦਲ ਸਰਕਾਰ ਨੇ ਇਹ ਸ਼ੁਰੂ ਕੀਤੇ ਸੀ, ਕਾਂਗਰਸ ਨੇ ਬੰਦ ਕਰਾ ਦਿੱਤੇ ਸੀ ਤੇ ਹੁਣ ਨਵੀਂ ਸਰਕਾਰ ਆਪ ਦੀ ਆਈ ਆ। ਹਾਂਜੀ ਬਾਈ ਜੀ ਜਦੋਂ ਇਹ ਪਾਲਦੀ ਤੁਹਾਡੇ ਪਿੰਡ ਦੇ ਵਿੱਚ ਹੀ ਸੇਵਾ ਕੇਂਦਰ ਖੁੱਲਿਆ ਸੀ ਹਾਂਜੀ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਨਹੀਂ? ਨਹੀਂ, ਸਾਨੂੰ ਕੋਈ ਪ੍ਰੋਬਲਮ, ਸਾਨੂੰ ਇਹਦੀ ਮੌਜ ਬਹੁਤ ਸੀਗੀ ਸਰ। ਇਹ ਕੰਮ ਇੱਥੇ ਹੁੰਦਾ ਸੀਗਾ, ਸਾਡਾ ਆਧਾਰ ਕਾਰਡ ਜਾਂ ਕਿਸੇ ਦੇ ਬਿੱਲ ਜਮ੍ਹਾਂ ਕਰਾਉਣੇ ਇੱਥੇ ਹੁੰਦੇ ਸੀਗੇ। ਹੁਣ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਆ। ਹੁਣ ਕਿੱਥੇ ਜਾਣਾ ਪੈਂਦਾ ਤੁਹਾਨੂੰ? ਜਾਂ ਸਾਨੂੰ ਮਾਲਪੁਰ ਜਾਣਾ ਪੈਂਦਾ ਜੀ, ਜਾਂ ਸਾਡੇ ਲਾਗੇ ਸੇਵਾ ਕੇਂਦਰ ਹੈਗਾ ਕਟਾਰੀਆਂ। ਉੱਥੇ ਕੀ ਸਮੱਸਿਆਵਾਂ ਆਉਂਦੀਆਂ ਤੁਹਾਨੂੰ? ਉੱਥੇ ਸਾਡੀ ਪਹਿਲਾਂ ਤਾਂ ਬਾਰੀ ਨਹੀਂ ਆਉਂਦੀ, ਇੱਥੋਂ ਦੂਰ ਸਾਨੂੰ ਜਾਣ ਨੂੰ ਦਿੱਕਤ ਆਉਂਦੀ ਆ, ਜਾਣ ਨੂੰ ਦਿੱਕਤ ਆਉਂਦੀ, ਸਾਡੀ ਬਾਰੀ ਨਹੀਂ ਉੱਥੇ ਆਉਂਦੀ, ਸਾਰੀ ਸਾਡੀ ਦਿਹਾੜੀ ਉੱਥੇ ਲੱਗ ਜਾਂਦੀ ਹੈ। ਇਹ ਸਾਡੇ ਹਲਕੇ ਦਾ ਲੋਕਲ ਸੀਗਾ, ਸਾਰੇ ਲੋਕਲ ਪਿੰਡਾਂ ਦੇ ਇੱਥੇ ਆਉਂਦੇ ਸੀਗੇ ਜੀ। ਇਹ ਕਿੰਨੇ ਕੁ ਪਿੰਡਾਂ ਨੂੰ ਲੱਗਦਾ ਸੀ ਇਹ ਸੇਵਾ ਕੇਂਦਰ? ਇਹ 10 ਤੋਂ 15 ਪਿੰਡਾਂ ਦੇ ਵਿੱਚ ਲੱਗ ਰਿਹਾ ਸੀ, ਕਿਉਂ ਮਾਲਪੁਰ ਵੀ ਹੈਗਾ ਆ ਤੇ ਆਪਣੇ ਕਟਾਰੀਆਂ ਵੀ ਹੈਗਾ ਆ। ਜਿਹੜਾ ਹੁਣ ਮਾਲਪੁਰ ਸੇਵਾ ਕੇਂਦਰ ਵਾ ਹੁਣ ਉਹਨੂੰ ਕਿੰਨੇ ਤਕਰੀਬਨ ਪਿੰਡ ਪੈਂਦੇ ਹੋਣੇ ਆ? ਹੁਣ ਉਹਨੂੰ ਭਾਜੀ 50-60 ਦੇ ਕਰੀਬ ਪਿੰਡ ਪੈਂਦੇ ਆ। ਤੇ ਉੱਥੇ ਇਹ ਸਮੱਸਿਆਵਾਂ ਤੁਹਾਨੂੰ ਹੁਣ ਆਉਂਦੀਆਂ ਵੀ ਉੱਥੇ ਤੁਹਾਡੇ ਕੰਮ ਛੇਤੀ ਨਹੀਂ ਹੁੰਦੇ ਹੈਗੇ? ਨਹੀਂ ਭਾਜੀ, ਪਹਿਲਾਂ ਸਾਨੂੰ ਜਾ ਕੇ ਉੱਥੇ ਟੋਕਨ ਲੈਣਾ ਪੈਂਦਾ ਆ, ਟੋਕਨ ਤੇ ਬਾਰੀ ਨਹੀਂ ਆਉਂਦੀ। ਤੇ ਜਿਹੜੇ ਉੱਥੇ ਦੇ ਲੋਕਲ ਲੋਕ ਆ ਪਹਿਲਾਂ ਲੈ ਲੈਂਦੇ। ਹੁਣ ਅਸੀਂ ਆਪਣੇ ਇੱਥੋਂ ਪਿੰਡੋਂ ਕੰਮ ਕਰਨ ਵੇੜ ਕੇ ਜਾਣਾ ਤਾਂ ਸਾਡੀ ਬਾਰੀ ਆਉਂਦੀ ਹੀ ਨਹੀਂ ਹੈਗੀ, ਅਗਲੇ ਦਿਨ ਫਿਰ ਸਾਨੂੰ ਜਾਣਾ ਪੈਂਦਾ। ਡਬਲ ਖੱਜਲ ਖਵਾਰੀ ਹੁੰਦੀ ਹੈ ਭਾਜੀ। ਬਾਈ ਜੀ ਮੌਜੂਦਾ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ? ਮੌਜੂਦਾ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਸਾਡੇ ਸੇਵਾ ਕੇਂਦਰਾਂ ਨੂੰ ਦੁਬਾਰਾ ਤੋਂ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਜਿਹੜੇ ਏਰੀਏ ਦੇ ਲੋਕ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ। ਬਾਈ ਤੁਸੀਂ ਪਾਲਦੀ ਦੇ ਮੌਜੂਦਾ ਵਸਨੀਕ ਹੋ, ਇਹਨੂੰ ਜਦੋਂ ਬਣਿਆ ਹੋਣਾ ਉਦੋਂ ਵੀ ਦੇਖਿਆ ਹੋਣਾ ਤੇ ਹੁਣ ਵੀ ਇਹਦੇ ਹਾਲਾਤ ਦੇਖਦੇ ਆ, ਕਿੱਦਾਂ ਦਾ ਬਾਈ ਜੀ ਕੀ ਹਾਲਾਤ ਆ ਹੁਣ ਇਹਦੇ? ਹੁਣ ਭਾਜੀ ਇਹਦੇ ਇਹ ਹਾਲਾਤ ਹੈ, ਨਸ਼ਈਆਂ ਦਾ ਪਹਿਲੀ ਗੱਲ ਤਾਂ ਅੱਡਾ ਬਣ ਚੁੱਕਾ ਆ। ਇੱਥੇ ਜੋ ਅੰਦਰ ਸਮਾਨ ਸੀ, ਏਸੀ ਸੀ, ਬੈਟਰੀਆਂ ਇਨਵਰਟਰ ਵਗੈਰਾ ਸੀ, ਉਹ ਸਾਰਾ ਕੁਝ ਚੋਰ ਚੁੱਕ ਕੇ ਲੈ ਗਏ ਆ। ਤੁਸੀਂ ਇਹਦੇ ਹਾਲਾਤ ਦੇਖ ਸਕਦੇ ਆ, ਬਹੁਤ ਮਾੜੇ ਹਾਲ ਆ। ਏਸੀ ਤੱਕ ਵੀ ਲਾ ਕੇ ਲੈ ਗਏ, ਅਮਲੀਆਂ ਨਸ਼ਈਆਂ ਨੇ ਸਾਰਾ ਕੁਝ ਛੱਡਿਆ ਹੀ ਨਹੀਂ ਇੱਥੇ ਜੀ। ਹਾਂਜੀ ਬਾਈ ਜਦੋਂ ਕਦੀ ਤੁਸੀਂ ਇਦਾਂ ਚਾਹਿਆ ਨਹੀਂ ਵੀ ਸਰਪੰਚ ਨੂੰ ਨਾਲ ਲੈ ਕੇ ਕਿਤੇ MLA ਜਾਂ MP ਤੱਕ ਅਪਰੋਚ ਨਹੀਂ ਕੀਤੀ ਇਹਨੂੰ ਮੁੜ ਕੇ ਚਲਾਉਣ ਲਈ? ਦੇਖੋ ਮੇਰੀ ਮੰਮੀ ਸਰਪੰਚ ਹੈ ਇਸ ਪਿੰਡ ਪਾਲਦੀ ਦੀ। ਅਸੀਂ ਵੀਡੀਓ ਦਫ਼ਤਰ ਵੀ ਦੱਸਿਆ ਸੀ ਵੀ ਇਹ ਸਾਡਾ ਲੋਕਾਂ ਨੂੰ ਸਮੱਸਿਆ ਬਹੁਤ ਆਉਂਦੀ ਆਧਾਰ ਕਾਰਡ ਬਣਾਉਣ ਦੀ। ਕਈ ਵਾਰੀ ਉਹ ਮੋਹਰ ਦਾ ਨੁਕਸ ਕੱਢ ਦਿੰਦੇ, ਤੁਹਾਡੀ ਮੋਹਰ ਫਿੱਟ ਨਹੀਂ, ਦੁਬਾਰਾ 3-4 ਵਾਰੀ ਸਾਡੇ ਪਿੰਡ ਦੇ ਬੰਦਿਆਂ ਨੂੰ ਲੋਕਾਂ ਨੂੰ ਖੱਜਲ ਖਵਾਰੀ ਕਰਨੀ ਪੈਂਦੀ। ਉੱਥੇ ਸਾਡੀ ਜਿਹੜੀ ਬਾਰੀ ਆਉਂਦੀ ਉਹ ਕਹਿੰਦੇ ਤੁਹਾਡੀ ਮੋਹਰ ਗਲਤ ਲੱਗੀ ਉਹ ਆ, ਉਹ ਵਿਚਾਰੇ ਫਿਰ ਪਿੰਡੋਂ ਆਉਂਦੇ ਆ। ਅਸੀਂ DC ਸਾਹਿਬ ਨੂੰ ਵੀ ਅਪੀਲ ਕਰਨੀ ਹੈ ਸਾਰੇ ਪਿੰਡ ਵੱਲੋਂ ਵੀ ਸਾਡਾ ਜਿਹੜਾ ਸੇਵਾ ਕੇਂਦਰ ਦੁਬਾਰਾ ਤੋਂ ਚਾਲੂ ਇਹ ਕੀਤਾ ਜਾਵੇ, ਵੀ ਸਾਡੇ ਲੋਕਾਂ ਨੂੰ ਸਮੱਸਿਆ ਬਹੁਤ ਆਉਂਦੀ ਆ। ਇਹ ਵੀਡੀਓ ਸਾਹਿਬ ਨਾਲ ਅਸੀਂ ਵੈਸੇ ਗੱਲ ਕੀਤੀ ਸੀਗੀ। ਇਹ ਸੇਵਾ ਕੇਂਦਰ ਜਿਹੜੇ ਬੰਦ ਹੋ ਗਏ ਆ ਇਹਨਾਂ ਦਾ ਆਮ ਜਨਤਾ ਨੂੰ ਕੀ ਸਮੱਸਿਆਵਾਂ ਆਉਂਦੀਆਂ? ਆਮ ਜਨਤਾ ਨੂੰ ਹੁਣ ਮਾਲਪੁਰ ਜਾਣਾ ਪੈਂਦਾ ਹਰ ਕੰਮ ਜੋ ਵੀ ਹੈਗਾ। ਹੁਣ ਕੰਮ ਜੋ ਵੀ ਹੈਗਾ ਇੱਥੇ ਕਰਾਉਣਾ ਹੁੰਦਾ, ਜੋ ਉਹ ਮਾਲਪੁਰ ਕਰਾਉਣਾ ਪੈਂਦਾ ਜਾਣ। ਪਹਿਲਾਂ ਇੱਥੇ ਕੰਮ ਸੌਖੇ ਹੋ ਜਾਂਦੇ ਸੀ? ਬਹੁਤ ਸੌਖੇ ਹੁੰਦੇ ਸੀਗੇ, ਹਾਂਜੀ, ਸਭ ਕੁਝ ਹੋ ਜਾਂਦਾ ਸੀ। ਹਾਂਜੀ, ਸਰਕਾਰ ਤੋਂ ਕੀ ਮੰਗ ਕਰਦੇ ਆ ਬਈ? ਇਹ ਖੋਲ੍ਹਣਾ ਚਾਹੀਦਾ, ਹਾਂਜੀ, ਖੋਲ੍ਹਣਾ ਚਾਹੀਦਾ। ਹਾਂਜੀ, ਸਤਿ ਸ਼੍ਰੀ ਅਕਾਲ ਬਜ਼ੁਰਗੋ। ਗੱਲ ਜੀ, ਇਹ ਤਾਂ ਸਿਆਣੇ ਚਾਹੀਦਾ ਜੀ। ਇਹ ਕਿਤੇ ਬਿੱਲ ਬੁੱਲ ਇੱਥੇ ਦਿੰਦੇ ਰਹੇ ਆ, ਜੇ ਕੋਰਟ ਬਿੱਲ ਦੇਣ ਦਾ ਡਰ ਰਹਿੰਦਾ, ਅਗਲਾ ਥੱਪੜ 2 ਮਾਰੇ ਸਿਆਣੇ ਤੇ ਖੋਲ੍ਹ ਹੈ, ਕੀ ਫੜ ਲੈਣਾ ਜੀ। ਇੱਥੇ ਘਰ ਦੇ ਕੇ ਇੱਥੋਂ ਉੜ ਜੇ ਤੇ ਤੁਰ ਕੇ ਅਸੂਲਤ ਬਹੁਤ ਹੈ ਇੱਥੇ। ਇਹ ਚਾਹੀ ਦੇਖੋ ਚਲਾਉਣੇ। ਜਦੋਂ ਪਹਿਲਾਂ ਇਹ ਸੇਵਾ ਕੇਂਦਰ ਚੱਲਦਾ ਸੀ ਕਿੰਨੇ ਕੁ ਪਿੰਡਾਂ ਨੂੰ ਫਾਇਦਾ ਸੀ ਇਹਦਾ? ਸਾਰੇ ਲੱਗਦੇ ਪਿੰਡਾਂ ਨੂੰ ਫਾਇਦਾ। ਤੁਸੀਂ ਦੇਖੋ 4 ਮੀਲ ਕੋਰਟ ਹੋਣਾ, 5 ਕੋਰਟ ਜਾਓ, ਬਿੱਲ ਦਿਓ, ਇੱਥੇ ਫੇ ਆਓ। ਬਾਟੇ ਅੱਜ ਕੱਲ੍ਹ ਤਾਂ 10 ਰੁਪਏ ਤਾਂ ਲੁੱਟ ਲੈਂਦਾ, ਇੱਥੇ ਕੋਈ ਡਰ ਥੋੜੋ। ਅਸੀਂ ਤੁਸੀਂ ਬਿੱਲ ਦਿਓ, ਘਰ ਨੂੰ ਚੱਲ ਜਾਓ। ਇਹ ਖੋਲ੍ਹਣਾ ਚਾਹੀਦਾ, ਘਲਾਓ। ਮਾਲਪੁਰ ਜਦੋਂ ਜਾਂਦੇ ਉੱਥੇ ਕਿੰਨਾ ਕੁ ਟਾਈਮ ਲੱਗ ਜਾਂਦਾ? ਹੁਣ ਮਾਲਪੁਰ ਤਾਂ ਗੱਲੇ ਨਾ ਕਰੋ, ਸੜਕ ਦਾ ਟੁੱਟਿਓ ਕੋ ਬਾਟੇ ਅੱਧ ਕੇ ਸਿੱਟ ਲੋ ਤਾਂ ਵੀ ਔਖਾ। ਇੱਥੇ ਤਾਂ ਸਾਨੂੰ ਤੁਰ ਕੇ ਘਰੋਂ ਆ ਘਰ ਜਾ ਕੇ ਜਾ ਵੜ। ਇੱਥੇ ਤਾਂ ਵਧੀਆ ਜੀ, ਬਹੁਤ ਵਧੀਆ ਇੱਥੇ ਦਾ। ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ? ਤੋ ਇਹ ਕਰਦੇ ਮੈਨੂੰ ਚਾਲੂ ਕਰੋ, ਹੋਰ ਕੋਈ ਨਹੀਂ। ਮੰਗ ਜ਼ਿਆਦਾ ਇੰਨਾ ਰੁਪਈਆ ਆਇਆ ਵਾ, ਇਹ ਬੰਦ ਕਰੋ। ਕੁੱਕੜਾਂ ਦਾ ਖੁੱਡਾ ਰੱਖਿਆ, ਇਹਨੂੰ ਚਾਲੂ ਕਰਨਾ। ਇਹ ਜੇ ਤੁਸੀਂ ਦੇਖਿਆ ਜਿਹੜੀ ਬਿਲਡਿੰਗ ਆ ਹੁਣ ਨਸ਼ੇੜੀਆਂ ਦਾ ਘਰ ਬਣ ਗਈ ਆ, ਸੱਚੀ ਗੱਲ ਹੈ। ਇਹ ਤਾਂ ਬਣੀ ਇਹਦੀ ਹੁਣ ਕੋਈ ਦੇਖਭਾਲ ਨਹੀਂ ਕਰਦਾ। ਦੇਖਭਾਲ ਕਿਵੇਂ ਕਰਨੀ ਜੀ? ਅੰਨੀ ਬਿੰਨੀ ਕੁੱਤਾ ਚੱਟਦਾ, ਇਹ ਤਾਂ ਚਾਲੂ ਚਾਹੀਦਾ। ਤੁਸੀਂ ਸਿਆਣੇ, ਮੈਂ ਹੈਗਾ ਤੁਹਾਨੂੰ ਪੜ੍ਹੇ, ਚਾਹੀਦਾ ਚਾਲੂ ਆ ਜਿਹਦੇ ਵਿੱਚ ਕਿਸੇ ਨੂੰ ਫਾਇਦਾ ਹੋਵੇ। ਆ ਢਾਡਾ ਢੂਡਾ ਕਿੰਨੇ ਪਿੰਡ ਨੰਗਲ ਬੜਾ ਖੜੌਦੀ ਹਕੂਮਤਪੁਰ, ਸਾਡੇ ਪਿੰਡ ਭਾਲਤਾ, ਅਗਲਾ ਤੁਰ ਕੇ ਕਹਿੰਦਾ ਰੋਟੀ ਘਰ ਜਾ ਖਾਓ। ਅੱਜ ਕੱਲ੍ਹ ਜ਼ੁਬਾਨਾਂ ਬਾਹਰ ਚੀਜ਼ ਪੈਸੇ ਲੈ ਕੇ ਜਾਂਦਾ ਹੈ ਨਹੀਂ। ਅੱਡੇ ਤੇ ਖੜੇ ਆ, ਜਦੋਂ ਇਹ ਪਹਿਲਾਂ ਸੇਵਾ ਕੇਂਦਰ ਚੱਲਦੇ ਸੀਗੇ ਤੇ ਹੁਣ ਇਹ ਸੇਵਾ ਕੇਂਦਰ ਬੰਦ ਵਾ, ਤੇ ਆਮ ਜਨਤਾ ਨੂੰ ਕੀ ਸਮੱਸਿਆਵਾਂ ਆਉਂਦੀਆਂ ਆ? ਆਮ ਜਨਤਾ ਨੂੰ ਜਾਣਾ ਪੈਂਦਾ ਮਾਲਪੁਰ, ਰਸ਼ ਹੁੰਦਾ। ਜਦੋਂ ਇੱਥੇ ਸੇਵਾ ਕੇਂਦਰ ਸੀ ਕੰਮ ਸੌਖੇ ਹੋ ਜਾਂਦੇ ਸੀ? ਔਖਾ ਸੀ ਕੰਮ। ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ? ਇਹੀ ਮੰਗ ਕਰਦੇ ਵੀ ਖੋਲ੍ਹਿਆ ਜਾਵੇ। ਇਹਦਾ ਦੇ ਖੁੱਲਣ ਦੇ ਨਾਲ ਕਿੰਨੇ ਕੁ ਪਿੰਡਾਂ ਨੂੰ ਫਾਇਦਾ ਹੋ ਜਾਊਗਾ? ਪਿੰਡਾਂ 'ਚ 15-20 ਪਿੰਡਾਂ ਨੂੰ ਫਾਇਦਾ ਹੋਇਆ। ਬਾਈ ਜੀ ਪਾਲਦੀ ਅੱਡੇ ਤੇ ਖੜੇ ਆ, ਸੇਵਾ ਕੇਂਦਰ ਬੰਦ ਹੋ ਚੁੱਕਾ ਆ,
ਪਹਿਲਾਂ ਇਹਦਾ ਕੀ ਫਾਇਦਾ ਸੀ ਤਾਂ ਹੁਣ ਕੀ ਨੁਕਸਾਨ ਵਾ? ਹੁਣ ਨੁਕਸਾਨ ਖੁੱਲਣਾ ਚਾਹੀਦਾ ਹੈ। ਕਿਉਂ ਖੁੱਲ੍ਹਣਾ ਚਾਹੀਦਾ ਜੀ? ਹੁਣ ਮਾਲਪੁਰ ਜਾਣਾ ਪੈਂਦਾ, ਉੱਥੇ ਰਸ਼ ਬਹੁਤ ਹੁੰਦਾ, ਟਾਈਮ ਵੇਸਟ, ਸਾਰਾ ਦਿਨ ਉੱਥੇ ਰਹੋ, ਸਾਰਾ ਦਿਨ ਲੱਗ ਜਾਂਦਾ। ਹਾਂ। ਸਰਕਾਰ ਤੋਂ ਕੀ ਮੰਗ ਕਰਦੇ ਆ? ਬਸ ਖੁੱਲਣਾ ਚਾਹੀਦਾ, ਸਰਕਾਰ ਤੋਂ ਇਹੀ ਹੈ ਮੰਗ। ਆਮ ਜਨਤਾ ਨੂੰ ਇਹਦੀ ਸਹੂਲਤ ਮਿਲੂਗੀ ਫਿਰ? ਮਿਲਣੀ ਉਹਦਾ। ਦਰਸ਼ਕੋ, ਹੁਣ ਅਸੀਂ ਪਹੁੰਚੇ ਹਾਂ ਖੈੜ ਅਛਰਵਾਲ। ਇੱਥੇ ਵੀ ਜਿਹੜਾ ਸੇਵਾ ਕੇਂਦਰ ਵਾ ਉਹ ਬੰਦ ਪਿਆ ਆ। ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਸਾਰੇ ਦ੍ਰਿਸ਼ ਦਿਖਾਵੇ। ਆਹ ਦੇਖੋ ਤੁਸੀਂ, ਪਹਿਲਾਂ ਇੱਥੇ ਆਧਾਰ ਕਾਰਡ, ਪੈਨ ਕਾਰਡ, ਲਾਇਸੈਂਸ, ਪਾਸਪੋਰਟ, ਲੇਬਰ ਕਾਰਡ, ਹੈਲਥ ਕਾਰਡ, ਪੈਨਸ਼ਨ ਕਾਰਡ, ਬਿਜਲੀ ਦੇ ਬਿੱਲ, ਡਿਸ਼ ਰੀਚਾਰਜ, ਅਨੇਕਾਂ ਕਈ ਹੋਰ ਸੁਵਿਧਾਵਾਂ ਵੀ ਇੱਥੇ ਉਪਲਬਧ ਸੀਗੀਆਂ। ਪਰ ਹੁਣ ਇਹ ਜਿੰਦੇ ਲੱਗ ਗਏ ਉਹ ਆ, ਜਿੰਦੇ ਲੱਗ ਕੇ ਬੰਦ ਹੋ ਗਏ। ਇਹਦੇ ਤਾਂ ਹਾਲਾਤ ਬਿਲਡਿੰਗ ਦੇ ਕੁਝ ਸਹੀ ਆ, ਪਰ ਜਿਹੜੀ ਤੁਸੀਂ ਪਹਿਲਾਂ ਬਿਲਡਿੰਗ ਦੇਖੀ ਸੀ ਪਾਲਦੀ ਵਾਲੀ, ਉਹਦੇ ਵਿੱਚੋਂ ਤਾਂ ਸਭ ਕੁਝ ਲੁੱਟ ਕੇ ਲੈ ਗਿਆ ਸੀ ਚੋਰ। ਇਹ ਸ਼ਾਇਦ ਪਿੰਡ ਦੇ ਗੱਭੇ ਹੋਣ ਕਰਕੇ ਕੁਝ ਬਚਿਆ ਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਏਸੀ ਵੀ ਹਜੇ ਸਹੀ ਸਲਾਮਤ ਆ। ਇੰਨੀਆਂ ਵਧੀਆ ਬਿਲਡਿੰਗਾਂ, ਪਰ ਇਹਦਾ ਹੁਣ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ। ਆ ਇੱਕ ਬਾਈ ਜੀ ਆ ਮਿਲੇ, ਇਹਨਾਂ ਨਾਲ ਕਰਦੇ ਆ ਗੱਲਬਾਤ। ਇਹ ਇਸੇ ਪਿੰਡ ਦੇ ਵਸਨੀਕ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਮਿੰਨਾ ਸਾਗਰ ਜੀ। ਇਹ ਕਿਹੜਾ ਪਿੰਡ ਜੀ ਤੁਹਾਡਾ? ਮੇਰਾ ਪਿੰਡ ਖੈੜ ਅਛਰਵਾਲ ਜੀ। ਬਾਈ ਜੀ, ਇਹ ਜਿਹੜੇ ਸੇਵਾ ਕੇਂਦਰ ਬੰਦ ਹੋ ਗਏ ਆ, ਆਮ ਲੋਕਾਂ ਨੂੰ ਇਹਨਾਂ ਦਾ ਕੀ ਨੁਕਸਾਨ ਵਾ? ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਸਮਾਂ ਇੱਥੇ ਸਾਰੇ ਸਾਡੇ ਪਿੰਡ 'ਚ ਕੰਮ ਹੁੰਦੇ ਸੀਗੇ, ਹੁਣ ਬਹੁਤ ਮੁਸ਼ਕਲ ਆ ਰਹੀ ਆ। ਹੁਣ ਤੁਹਾਨੂੰ ਇਹ ਕੰਮ ਕਰਾਉਣ ਲਈ ਕਿੱਥੇ ਜਾਣਾ ਪੈਂਦਾ? ਹੁਣ ਸਾਨੂੰ ਮਾਲਪੁਰ ਜੀ। ਮਾਲਪੁਰ ਇੱਥੋਂ ਕਿੰਨੇ ਕਿਲੋਮੀਟਰ ਬਣਦਾ ਜੀ? ਮਾਲਪੁਰ ਹੋਣਾ ਜੀ 16-17 ਕਿਲੋਮੀਟਰ। ਇੱਕ ਦਿਨ 'ਚ ਬਾਈ ਜੀ ਕੰਮ ਹੋ ਜਾਂਦਾ ਉੱਥੇ? ਨਹੀਂ ਜੀ, ਬਹੁਤ ਟਾਈਮ ਲੱਗ ਜਾਂਦਾ, 3-4 ਦਿਨ ਲੱਗਦੇ ਆ ਜੀ। ਗੇੜੇ ਵੀ 3-4 ਲੱਗ ਜਾਂਦੇ ਆ। ਜਦੋਂ ਬਾਈ ਜੀ 3-4 ਦਿਨ ਲੱਗਦੇ ਆ, ਫਿਰ ਜਿਹੜਾ ਆਮ ਬੰਦਾ ਹੈ, ਦਿਹਾੜੀਦਾਰ ਬੰਦਾ, ਉਹਦਾ ਤਾਂ ਫਿਰ ਬਹੁਤ ਔਖਾ ਹੋ ਜਾਂਦਾ। ਬਹੁਤ ਜ਼ਿਆਦਾ ਜੀ। ਮਸੀਂ ਤਾਂ ਇੱਕ ਵਾਰੀ ਤਾਂ ਜਾ ਹੁੰਦਾ ਆ, ਜੋ 3-4 ਵਾਰੀ ਜਾਵਾਂਗੇ ਤਾਂ ਕਿੰਨਾ ਖਰਚਾ ਆਉਂਦਾ। ਦਿਹਾੜੀਦਾਰ ਨੇ ਉਹੀ ਕਰਨਾ ਤੇ ਉਹੀ ਖਾਣਾ। ਬਾਈ ਜੀ, ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ? ਸਰਕਾਰ ਨੂੰ ਅਪੀਲ ਇਹ ਕਰਦੇ ਆ ਵੀ ਇਹ ਮੁੜ ਕੇ ਦੁਬਾਰਾ ਖੋਲ੍ਹੇ ਜਾਣ ਜੀ। ਹਾਂਜੀ, ਧੰਨਵਾਦ ਬਾਈ ਜੀ। ਹਾਂਜੀ, ਧੰਨਵਾਦ ਜੀ ਤੁਹਾਡਾ। ਬਾਈ ਜੀ ਹੁਣਾਂ ਨੇ ਦੱਸਿਆ ਵੀ ਜਦੋਂ ਇਹ ਸੇਵਾ ਕੇਂਦਰ ਪਹਿਲਾਂ ਚੱਲਦੇ ਸੀਗੇ ਵੀ ਅੱਧੇ ਘੰਟੇ ਦੇ ਵਿੱਚ ਹੀ ਕੰਮ ਹੋ ਜਾਂਦੇ ਸੀ, ਕਿਉਂਕਿ ਖੈੜ ਅਛਰਵਾਲ ਨੂੰ ਘੱਟੋ ਘੱਟ 10 ਪਿੰਡ ਲੱਗਦੇ ਸੀ ਤਾਂ ਥੋੜੀ ਪਬਲਿਕ ਹੁੰਦੀ ਸੀ। ਮਾਲਪੁਰ ਨੂੰ ਹੁਣ 50-60 ਪਿੰਡ ਲੱਗ ਜਾਂਦੇ ਆ ਤੇ ਉੱਥੇ ਹੁਣ ਲਾਈਨਾਂ ਲੱਗਦੀਆਂ। ਕੀ ਨਾਮ ਜੀ ਆਪਣਾ? ਮੇਰਾ ਨਾਮ ਦਵਿੰਦਰ ਸਿੰਘ ਜੀ। ਕਿਹੜਾ ਪਿੰਡ ਜੀ? ਮੇਰਾ ਪਿੰਡ ਵੱਡੋਂ ਜੀ। ਬਾਈ ਜੀ, ਤੁਹਾਡਾ ਪਿੰਡ ਵੱਡੋਂ ਆ। ਤੁਹਾਡੇ ਪਿੰਡ ਪਹਿਲਾਂ ਇੱਕ ਸੇਵਾ ਕੇਂਦਰ ਖੁੱਲ੍ਹਾ ਹੋਇਆ ਸੀ, ਹੁਣ ਬੰਦ ਵਾ। ਉਹ ਬੰਦ ਹੋਣ ਨਾਲ ਤੁਹਾਨੂੰ ਕੀ ਸਮੱਸਿਆਵਾਂ ਪੇਸ਼ ਆਈਆਂ? ਸਾਨੂੰ ਸਮੱਸਿਆ ਆਈ ਕਿ ਸਾਡਾ ਅੱਗੇ ਕੰਮ ਇੱਥੇ ਪਿੰਡ 'ਚ ਹੀ ਹੋ ਜਾਂਦਾ ਸੀ, ਹੁਣ ਸਾਨੂੰ ਕੰਮ ਕਰਾਉਣ ਲਈ ਮਾਲਪੁਰ ਜਾਣਾ ਪੈਂਦਾ ਜੀ। ਮਾਲਪੁਰ ਬਾਈ ਜੀ ਤੁਹਾਡੇ ਪਿੰਡ ਤੋਂ ਕਿੰਨੇ ਕਿਲੋਮੀਟਰ ਬਣਦਾ? 16 ਕਿਲੋਮੀਟਰ ਜੀ। ਇੱਕੋ ਦਿਨ ਦੇ ਵਿੱਚ ਹੋ ਜਾਂਦਾ ਕੰਮ ਉੱਥੇ ਸੇਵਾ ਕੇਂਦਰ ਵਿੱਚ? ਨਹੀਂ ਹੁੰਦਾ ਜੀ, 2-2 3-3 ਦਿਨ ਲੱਗ ਜਾਂਦੇ ਜੀ। ਜਦੋਂ ਤੁਹਾਡੇ ਪਿੰਡ ਵਿੱਚ ਘਰ ਦੇ ਵਿੱਚ ਸੇਵਾ ਕੇਂਦਰ ਸੀਗਾ, ਉਦੋਂ ਕੰਮ ਤੁਹਾਡੇ ਸੌਖੇ ਹੋ ਜਾਂਦੇ ਸਨ? ਸੌਖੇ ਹੋ ਜਾਂਦੇ ਸੀਗੇ। ਬਾਈ ਜੀ, ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ? ਸਰਕਾਰ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਸੇਵਾ ਕੇਂਦਰ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ। ਜਦੋਂ ਬਾਈ ਜੀ ਤੁਹਾਡੇ ਆਪਣੇ ਪਿੰਡ ਵਿੱਚ ਸੇਵਾ ਕੇਂਦਰ ਸੀ, ਕਿੰਨੇ ਕੁ ਪਿੰਡਾਂ ਨੂੰ ਉਹਦਾ ਫਾਇਦਾ ਸੀਗਾ? ਉਹਦਾ ਆਲੇ ਦੁਆਲੇ 3-4 ਪਿੰਡਾਂ ਨੂੰ, 5 ਪਿੰਡਾਂ ਨੂੰ, ਕਾਫੀ ਪਿੰਡਾਂ ਨੂੰ ਫਾਇਦਾ ਹੁੰਦਾ ਸੀ। ਜਦੋਂ ਤੁਸੀਂ ਹੁਣ ਮਾਲਪੁਰ ਜਾਂਦੇ, ਤੁਹਾਨੂੰ ਕੀ ਸਮੱਸਿਆ ਪੇਸ਼ ਆਉਂਦੀ ਆ? ਮਾਲਪੁਰ ਜਦੋਂ ਅਸੀਂ ਉੱਥੇ ਜਾਂਦੇ ਹਾਂ, ਉੱਥੇ 50-60 ਪਿੰਡ ਕੰਮ ਕਰਾਉਣ ਆਉਂਦੇ ਆ ਤੇ ਸਾਨੂੰ ਟੋਕਨ ਦਿੱਤੇ ਜਾਂਦੇ ਆ, ਪਰ ਸਾਡੀ ਵਾਰੀ ਨਹੀਂ ਆਉਂਦੀ ਟੋਕਨ ਦੇ ਕੇ ਵੀ, ਤੇ ਸਾਡੇ 2-2 3-3 ਦਿਨ ਖਰਾਬ ਹੋ ਜਾਂਦੇ ਜੀ। ਬਾਈ ਜੀ ਹੁਣਾਂ ਨੇ ਦੱਸਿਆ ਵੀ ਜਦੋਂ ਮਾਲਪੁਰ ਜਾਂਦੇ ਆ, ਇਹ ਉੱਥੇ 50-60 ਪਿੰਡਾਂ ਦਾ ਇੱਕ ਸੇਵਾ ਕੇਂਦਰ ਬਣਾ ਦਿੱਤਾ ਤੇ ਥੋੜੇ ਜਿਹੇ ਉਹ ਟੋਕਨ ਜਿਹੜੇ ਆ ਉਹ ਜਾਰੀ ਕਰਦੇ ਆ, ਤੇ ਇਸ ਕਰਕੇ 2-3 ਦਿਨ ਵੀ ਲੱਗ ਜਾਂਦੇ ਆ। ਜਿਹੜਾ ਆਮ ਗਰੀਬ ਬੰਦਾ ਆ, ਉਹ ਆਪਣੀਆਂ 2-3 ਦਿਹਾੜੀਆਂ ਖਰਾਬ ਕਰਕੇ ਉੱਥੇ ਸੇਵਾ ਕੇਂਦਰਾਂ ਵਿੱਚੋਂ ਕੰਮ ਕਰਾਉਂਦਾ ਆ। ਜਦੋਂ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਸੀ ਤਾਂ ਇੱਕ ਦਿਨ ਦੇ ਵਿੱਚ ਕੀ ਅੱਧੀ ਦਿਹਾੜੀ ਵਿੱਚ ਕੰਮ ਹੋ ਜਾਂਦਾ ਸੀਗਾ। ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਜੇ ਉਹ ਤੁਹਾਨੂੰ ਜਨਰੇਟਰ ਦਿਖਦਾ ਤਾਂ ਦਿਖਾਵੇ। ਇੰਨੀ ਭੰਗ ਹੋ ਚੁੱਕੀ ਆ ਵੀ ਜਨਰੇਟਰ ਵੀ ਸਾਫ਼-ਸਾਫ਼ ਨਹੀਂ ਦਿਖਦਾ। ਇਹ ਜਿਹੜੀਆਂ ਬਿਲਡਿੰਗਾਂ ਇੰਨੀਆਂ ਵਧੀਆ ਬਿਲਡਿੰਗਾਂ ਸੀਗੀਆਂ, ਇਹਨਾਂ ਦੇ ਉੱਤੇ ਲੱਖਾਂ ਨਹੀਂ ਕਰੋੜਾਂ ਅਰਬਾਂ ਰੁਪਏ ਖਰਚ ਹੋਏ ਹੋਣੇ ਆ, ਪਰ ਇਹਨਾਂ ਦਾ ਹੁਣ ਬਿਲਡਿੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਹਲੇ ਵੀ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਵੀ ਸਰਕਾਰ ਨੂੰ ਇੱਕ ਅਪੀਲ ਆ ਵੀ ਇਹ ਬਿਲਡਿੰਗਾਂ ਨੂੰ, ਇਹ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਜਿਹੜਾ ਆਮ ਇਨਸਾਨ ਆ ਉਹਨੂੰ ਇਹਨਾਂ ਦੀਆਂ ਸਹੂਲਤਾਂ ਦਾ ਲਾਭ ਹੋਵੇ। ਦੋਸਤੋ, ਹੁਣ ਅਸੀਂ ਜਿਸ ਸੇਵਾ ਕੇਂਦਰ ਵਿੱਚ ਪਹੁੰਚੇ ਹਾਂ, ਇਹ ਹੈਗਾ ਸੇਵਾ ਕੇਂਦਰ ਈਸਪੁਰ ਦਾ। ਤੇ ਤੁਸੀਂ ਦੇਖ ਲਓ ਹਾਲਾਤ ਕਿੱਦਾਂ ਦੇ ਆ ਵੀ ਭੰਗ ਉੱਗੀ ਓ ਆ ਚਾਰੇ ਪਾਸੇ, ਭੰਗ ਦੇ ਬੜੇ ਜਾੜ ਵਾ। ਇੰਨੀਆਂ ਵਧੀਆ ਬਿਲਡਿੰਗਾਂ ਦੇ ਦੇਖੋ ਕੀ ਹਾਲ ਵਾ। ਸਰਕਾਰ ਨੇ ਲੱਖਾਂ ਰੁਪਏ ਖਰਚੇ ਹੋਣੇ ਇਸ ਬਿਲਡਿੰਗ ਦੇ ਉੱਤੇ, ਪਰ ਹੁਣ ਇੱਕ ਖੰਡਰ ਬਣ ਕੇ ਰਹਿ ਚੁੱਕੀ ਆ। ਜਿੰਨੇ ਵੀ ਹੁਣ ਤੱਕ ਆਪਾਂ ਸੇਵਾ ਕੇਂਦਰ ਦੇਖੇ ਆ, ਸਾਰਿਆਂ ਦੇ ਇਹੀ ਹਾਲਾਤ ਵਾ। ਇੱਕ ਦੇ ਨਹੀਂ, ਤਕਰੀਬਨ ਸਾਰਿਆਂ ਦੇ। ਕਰਾਂਗੇ ਇੱਥੋਂ ਦੇ ਵਾਸੀਆਂ ਦੇ ਨਾਲ ਗੱਲਬਾਤ
ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਨਾਮ ਜੀ ਆਪਣਾ? ਸੁਰਿੰਦਰ ਸਿੰਘ। ਇਹ ਜਿਹੜਾ ਈਸਪੁਰ ਦਾ ਇਹ ਸੇਵਾ ਕੇਂਦਰ ਕਦੇ ਕੁ ਸਮੇਂ ਤੋਂ ਬੰਦ ਪਿਆ ਆ? ਤਕਰੀਬਨ ਇਹਨੂੰ ਹੋਏ ਗਏ ਜੀ ਇਹਨੂੰ 5 ਕੁ ਸਾਲ। ਉਹਦੇ ਕਦਾ ਹੀ ਬੰਦ ਆ ਜਦੋਂ ਸਰ ਬਣੀ ਸੀ ਕੈਪਟਨ ਸਰਕਾਰ, ਉੱਦਾਂ ਹੀ ਬੰਦ ਆ। ਜਿਹੜੀਆਂ ਹੁਣ ਜਦੋਂ ਇਹ ਬੰਦ ਹੋ ਗਿਆ ਤੁਹਾਨੂੰ ਕੀ ਕੀ ਸਮੱਸਿਆ ਪੇਸ਼ ਆਉਂਦੀਆਂ ਆ? ਨੂੰ ਦੇਖੋ ਜੀ ਸਮੱਸਿਆ ਇਹ ਹੈ, ਇੱਕ ਤਾਂ ਉੱਥੇ ਲਾਈਨ 'ਚ ਜਾ ਕੇ ਖੜਨਾ ਪੈਂਦਾ ਮਾਲਪੁਰ। ਕਿੱਥੇ ਜਾ ਕੇ ਖੜਨਾ ਪੈਂਦਾ? ਮਾਲਪੁਰ ਇੱਥੇ 14-15 ਕਿਲੋਮੀਟਰ ਆ। ਜਿਹੜੇ ਤੁਸੀਂ ਮਾਲਪੁਰ ਜਾਂਦੇ ਆ 15 ਕਿਲੋਮੀਟਰ ਚੱਲ ਕੇ, ਕੀ ਤੁਹਾਡਾ ਇੱਕੋ ਦਿਨ ਕੰਮ ਹੋ ਜਾਂਦਾ ਉੱਥੇ? ਨਹੀਂ ਹੁੰਦਾ ਜੀ, ਨਹੀਂ ਹੁੰਦਾ। ਉੱਥੇ ਨੰਬਰ ਹੀ ਨਹੀਂ ਲੱਗਦਾ। ਟੋਕਨ ਦਿੰਦੇ ਆ ਉਹ ਤੁਹਾਡਾ 4 ਵਜੇ ਜਦ ਕੱਲ੍ਹ ਨੂੰ ਦੂਏ ਦਿਨ ਆਉਂਦਾ, ਤੀਏ ਦਿਨ ਵਾਰੀ ਆਉਂਦੀ ਆ। ਪਹਿਲਾਂ ਸਾਰੇ ਕੰਮ ਸੌਖੇ ਹੋ ਜਾਂਦੇ ਸੀ? ਬਿਲਕੁਲ ਸੌਖੇ ਹੋ ਜਾਂਦੇ, ਸਿਰਾੜੀ ਵੀ ਹੋ ਜਾਂਦੀ। ਬੰਦੇ ਨੂੰ ਨੇੜੇ ਲੱਗਦਾ, ਜਿੱਥੇ ਜਾਂਦਾ ਸੀ ਉਹ ਕੰਮ ਹੋ ਜਾਂਦਾ ਸੀ। ਇਸ ਈਸਪੁਰ ਦੇ ਸੇਵਾ ਕੇਂਦਰ ਨੂੰ ਕਿੰਨੇ ਕੁ ਪਿੰਡ ਪੈਂਦੇ ਸੀ ਵੀ ਜਿਹੜੇ ਪਹਿਲਾਂ ਜਦੋਂ ਇਹ ਖੁੱਲ੍ਹਾ ਸੀ ਤਾਂ ਕਿੰਨੇ ਕੁ ਪਿੰਡਾਂ ਦੇ ਲੋਕ ਸੌਖੇ ਸਨ? ਬਹੁਤ ਸੀਗੇ ਜੀ। ਈਸਪੁਰ, ਨਾਗਦੀਪੁਰ, ਮਖਸੂਸਪੁਰ, ਪਡੋਰੀ, ਚੇਲਾ, ਦਾਤਾ, ਲਕਸ਼ੀ, ਜਿੰਨੇ ਭਗਤੂਪੁਰ, ਜਿੰਨੇ ਪਿੰਡ ਸੀ ਆਲੇ ਦੁਆਲੇ ਪਚਰੰਗਲਾਂ, ਸਾਰੇ ਇੱਥੇ ਆਉਂਦੇ ਸੀ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ? ਅਪੀਲ ਕਰਨੀ ਚਾਹੁੰਦੇ ਆ ਵੀ ਜਿਹੜੇ ਸਾਡੇ ਮੁੱਖ ਮੰਤਰੀ ਆ ਨਾ, ਉਹ ਇੱਥੇ ਸਾਡੇ ਜਿੱਦਾਂ ਕੋਈ ਰੋਜ਼ਗਾਰ ਬੰਦਿਆਂ ਨੂੰ ਨਹੀਂ ਮਿਲਣਾ, ਨਾਲੇ ਰੋਜ਼ਗਾਰ ਮਿਲ ਜਾਊਗਾ, ਨਾਲੇ ਬੰਦੇ ਕੰਮ ਚੱਲ ਜਾਊਗਾ ਸਰਕਾਰ ਦਾ। ਅਸੀਂ ਤਾਂ ਇਹ ਕਹਿੰਦੇ ਆ ਜੀ। ਇਹ ਜਦੋਂ ਦੇ ਇਹ ਬੰਦ ਹੋਇਆ ਮੁੜ ਕੇ ਕਿਸੇ ਨੇ ਇਹਦਾ ਦੇਖਭਾਲ ਕੋਈ ਕੁਛ ਨਹੀਂ ਕਰਦਾ ਇਹਦਾ? ਕੋਈ ਨਹੀਂ ਕਰਦਾ ਜੀ, ਕੋਈ ਨਹੀਂ ਕਰਦਾ। ਐਡੇ ਖੰਡਰ ਬਣਦੇ ਜਾ ਰਹੇ ਆ ਇਹ। ਬਿਲਕੁਲ ਜੀ ਬਿਲਕੁਲ, ਇੰਨਾ ਲੱਖਾਂ ਰੁਪਈਆ ਬਰਬਾਦ ਹੋਈ ਜਾਂਦਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਅਜੀਤ ਰਾਮ। ਕੀ ਕਹਿਣਾ ਚਾਹੁੰਦੇ ਆ ਜਦੋਂ ਤੁਸੀਂ ਆਹ ਬਿਲਡਿੰਗਾਂ ਨੂੰ ਦੇਖਦੇ, ਕੀ ਆਉਂਦਾ ਤੁਹਾਡੇ ਮਨ ਵਿੱਚ? ਸਾਡੇ ਮਨ ਚ ਜੋ ਇਹ ਖੁੱਲੇ ਸੀ ਤਾਂ ਬਹੁਤ ਫੈਸਿਲਿਟੀ ਸੀ, ਜਦੋਂ ਹੁਣ ਬੰਦ ਆ ਤਾਂ ਇੱਥੇ ਭੰਗ ਪਈਓ, ਕੋਈ ਲੈਣਾ ਦੇਣਾ ਨਹੀਂ, ਫਿਰ ਬਹੁਤ ਦੂਰ ਜਾਣਾ ਪੈਂਦਾ ਤਾਂ ਕੰਮ ਕਰਾ ਲਿਆ। ਇੱਥੇ ਨਾ ਬਿੱਲ ਵੀ ਦਿੰਦੇ ਸੀ ਤੇ ਹੋਰ ਵੀ ਕਈ ਕੁਝ ਕੰਮ ਕਰਦੇ ਸੀ ਵਿਚਾਰੇ। ਤੇ ਮਾਲਪੁਰ ਜਾਣਾ ਔਖਾ ਲੱਗਦਾ? ਮਾਲਪੁਰ ਜਾਣਾ ਤਾਂ ਔਖਾ ਹੀ ਹੈ ਜੀ। ਬੱਸੇ ਜਾਵੋ ਫਿਰ ਉੱਥੇ ਲਾਈਨ 'ਚ ਲੱਗੇ ਰਹੋ, ਟੋਕਨ ਮਿਲਦੇ ਆ ਕਚਹਿਰੀਆਂ 'ਚ। ਉੱਥੇ ਬਹੁਤ ਰਸ਼ ਹੁੰਦਾ? ਰਸ਼ ਹੁੰਦਾ ਜੀ ਉੱਥੇ। ਹਾਂ, ਕੀ ਗੱਲ ਆ ਵੀ ਉੱਥੇ ਇੰਨਾ ਰਸ਼ ਹੋ ਜਾਂਦਾ? ਬਹੁਤ ਪਿੰਡ ਪੈਂਦੇ ਆ, ਇਕੱਲਾ ਮਾਲਪੁਰਾ ਬਹੁਤ ਪਿੰਡ ਪੈਂਦੇ ਉਹਲੇ 100-200 ਪਿੰਡ ਪੈਂਦਾ ਤੇ ਸਾਰੇ ਪਿੰਡਾਂ ਦੇ ਆਉਂਦੇ ਆ, ਇਸ ਕਰਕੇ ਉੱਥੇ ਟਾਈਮ ਤਾਂ ਲੱਗਣਾ ਹੀ ਆ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ? ਸਾਨੂੰ ਸਾਡੀ ਅਪੀਲ ਇਹੀ ਆ ਕਿ ਸੇਵਾ ਕੇਂਦਰ ਖੁੱਲ੍ਹਣੇ ਚਾਹੀਦੇ ਆ ਤਾਂ ਕਿ ਇੱਥੇ ਫੈਸਿਲਿਟੀ ਮਿਲੇ, ਆਲੇ ਦੁਆਲੇ ਪਿੰਡਾਂ ਨੂੰ ਹੋਵੇ। ਇੱਥੇ ਨਹੀਂ ਤਾਂ ਸਭ ਕੰਮ ਇੱਥੇ ਕਰਾਏ ਸੀ, ਬਿਜਲੀ ਦੇ ਬਿੱਲ ਵੀ ਦੇਈਦੇ ਸੀਗੇ ਅਤੇ ਪਾਣੀ ਦੇ ਬਿੱਲ ਵੀ ਦੇਈਦੇ ਸੀਗੇ, ਹੋਰ ਵੀ ਕੋਈ ਕੰਮ ਕਰਾਉਣ ਤੋਂ ਵੀ ਹੁੰਦਾ ਸੀ ਇੱਥੇ। ਧੰਨਵਾਦ ਜੀ। ਤੇ ਇਸ ਕਰਕੇ ਖੁੱਲ੍ਹਣੇ ਚਾਹੀਦੇ। ਕਿੰਨਾ ਸਾਫ ਸਫਾਈ ਨਹੀਂ, ਇੱਥੇ ਕੋਈ ਲੈਣਾ ਦੇਣਾ ਨਹੀਂ ਤਾਂ ਬੜੀ ਮੌਤ ਸੀ ਇੱਥੇ। ਦਰਸ਼ਕੋ, ਜਿੱਦਾਂ ਤੁਸੀਂ ਦੇਖਿਆ ਬਈ ਜਿੰਨੇ ਵੀ ਆਮ ਲੋਕ ਆ ਉਹ ਸਾਰੇ ਚਾਹੁੰਦੇ ਆ ਵੀ ਇਹ ਸੇਵਾ ਕੇਂਦਰ ਖੁੱਲ੍ਹਣ, ਕਿਉਂਕਿ ਉਹਨਾਂ ਦੀਆਂ ਇਹਨਾਂ ਸੇਵਾ ਕੇਂਦਰਾਂ ਖੁੱਲ੍ਹਣ ਕਰਕੇ ਜਿਹੜੀ ਆਮ ਜਨਤਾ ਉਹਨੂੰ ਬਹੁਤ ਸੁੱਖ ਦਾ ਸਾਹ ਆਊਗਾ। ਕਿਉਂਕਿ ਹੁਣ ਜਿੱਦਾਂ ਈਸਪੁਰ ਖੜ੍ਹੇ ਆ, ਇੱਥੋਂ ਘੱਟੋ ਘੱਟ 15-16 ਕਿਲੋਮੀਟਰ ਦਾ ਸਫ਼ਰ ਵਾ ਜਿਹੜਾ ਮਾਲਪੁਰ ਦਾ ਤੈਅ ਕਰਨਾ ਪੈਂਦਾ। ਮਾਲਪੁਰ ਜਾਂਦੇ ਆ ਲਾਈਨਾਂ ਵਿੱਚ ਜਾਣਾ ਪੈਂਦਾ, ਟੋਕਨ ਵਾਈਜ਼ ਉੱਥੇ ਨੰਬਰ ਦਿੰਦੇ, ਪਰ ਇੱਕ ਦਿਨ ਦੇ ਵਿੱਚ ਕੰਮ ਨਹੀਂ ਹੁੰਦਾ। ਜਿਹੜਾ ਦਿਹਾੜੀਦਾਰ ਬੰਦਾ ਆ ਉਹ 2-3 ਦਿਹਾੜੀਆਂ ਆਪਣੀਆਂ ਛੱਡ ਕੇ ਫਿਰ ਆਪਣਾ ਕੰਮ ਪੂਰਾ ਕਰਾਉਂਦੇ ਆ। ਇਸੇ ਕਰਕੇ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਵਾ ਸਰਕਾਰ ਨੂੰ ਵੀ ਜਿਹੜੀਆਂ ਇਹ ਬਿਲਡਿੰਗਾਂ ਬਣੀਆਂ ਆ ਸਿਰਫ ਇਹਦੇ ਵਿੱਚ ਸਟਾਫ ਹੀ ਭਰਤੀ ਕਰਕੇ ਤੁਸੀਂ ਵੀ ਇਹਨਾਂ ਦਾ ਮੁੜ ਕੇ ਕੰਮਕਾਜ ਸ਼ੁਰੂ ਕਰਾਇਆ ਜਾਵੇ ਤਾਂ ਕਿ ਆਮ ਬੰਦੇ ਨੂੰ ਸਹੂਲਤ ਮਿਲੇ। ਆਓ ਚੱਲਦੇ ਹਾਂ ਅਗਲੇ ਪਿੰਡ। ਦਰਸ਼ਕੋ, ਹੁਣ ਅਸੀਂ ਪਹੁੰਚੇ ਹਾਂ ਪਿੰਡ ਬਿੰਜੋ। ਇੱਥੇ ਦਾ ਸੇਵਾ ਕੇਂਦਰ ਵੀ ਉਹਨਾਂ ਹਾਲਾਤਾਂ ਵਿੱਚ ਹੀ ਆ ਜਿਹੜੇ ਪਿੱਛੇ ਤੁਹਾਨੂੰ ਦਿਖਾ ਕੇ ਆਏ ਆ। ਆਹ ਦੇਖੋ ਮੇਰੇ ਪਿੱਛੇ ਕਿੱਡੀ ਭੰਗ ਉੱਗ ਗਈ ਆ, ਠੀਕ ਹੈ ਕਿ ਨਹੀਂ? ਇੰਨੀਆਂ ਵਧੀਆ ਬਿਲਡਿੰਗਾਂ ਦਾ ਕੀ ਹਾਲ ਬਣ ਗਿਆ ਆ। ਤਾਂ ਇੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਆਪਣਾ? ਰਮੇਸ਼ ਚੰਦਰ ਸ਼ਰਮਾ, MA BEd। ਸ਼ਰਮਾ ਸਾਹਿਬ, ਇਹ ਸੇਵਾ ਕੇਂਦਰ ਬੰਦ ਹੋਏ ਨੂੰ ਕਿੰਨਾ ਕੁ ਸਮਾਂ ਹੋ ਗਿਆ? ਤਕਰੀਬਨ 2.5-3 ਸਾਲ ਹੋ ਗਏ। ਜਦੋਂ ਇੱਥੇ ਪਹਿਲਾਂ ਸੇਵਾ ਕੇਂਦਰ ਚੱਲਦਾ ਸੀ, ਆਮ ਜਿਹੜੀ ਇੱਥੇ ਪਬਲਿਕ ਸੀ ਉਹਨਾਂ ਨੂੰ ਕੀ ਸਹੂਲਤਾਂ ਸਨ? ਸਹੂਲਤਾਂ ਸੀ ਸਭ, ਆਪਣੇ ਬਿੱਲ ਵੀ ਜਮ੍ਹਾਂ ਕਰਾਉਂਦੇ ਸੀ, ਫਰਦ ਵੀ ਲੈਂਦੇ ਸੀ, ਸਭ ਕੁਝ ਕਰਦੇ ਸੀ ਇੱਥੇ। ਹੁਣ ਤੁਹਾਨੂੰ ਇਹ ਸੁਵਿਧਾਵਾਂ ਲੈਣ ਲਈ ਕਿੱਥੇ ਜਾਣਾ ਪੈਂਦਾ? ਆਪਣੇ ਕਟਾਰੀਏ ਜਾਂ ਗੜਸ਼ੰਕਰ। ਕਟਾਰੀਆਂ ਜਾਂ ਗੜਸ਼ੰਕਰ ਜਾਣਾ ਪੈਂਦਾ? ਹਾਂਜੀ। ਕਿੰਨਾ ਕੁ ਸਮਾਂ, ਕਿੰਨੇ ਕਿਲੋਮੀਟਰ ਇੱਥੋਂ ਕਟਾਰੀਆਂ? 10 ਕਿਲੋਮੀਟਰ ਤੇ ਇਹ ਹੈਗਾ 20 ਕਿਲੋਮੀਟਰ। ਤੇ ਉੱਥੇ ਕੀ ਇੱਕੋ ਦਿਨ ਵਿੱਚ ਕੰਮ ਹੁੰਦਾ? ਨਹੀਂ ਹੁੰਦਾ, ਕਈ ਦਿਨ ਚੱਕਰ ਲੱਗਦੇ ਆ। ਕਿਉਂ? ਉੱਥੇ ਰਸ਼ ਹੁੰਦਾ ਆ? ਰਸ਼ ਹੁੰਦਾ। ਜਦੋਂ ਇਹ ਸੇਵਾ ਕੇਂਦਰ ਚੱਲਦਾ ਸੀ ਤਾਂ ਕਿੰਨੇ ਕੁ ਪਿੰਡਾਂ ਨੂੰ ਫਾਇਦਾ ਸੀ ਇਹਦਾ? ਬਹੁਤਿਆਂ ਪਿੰਡਾਂ ਨੂੰ ਫਾਇਦਾ ਸੀ। 4-5 ਪਿੰਡ ਸਾਡੇ ਆਲੇ ਦੁਆਲੇ ਲੱਗਦੇ, ਸਾਰਿਆਂ ਨੂੰ ਫਾਇਦਾ ਸੀ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ? ਸਰਕਾਰ ਨੂੰ ਪੁਰਜ਼ੋਰ ਅਪੀਲ ਆ ਕਿ ਇਸ ਸਹੂਲਤ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਜੇ ਇਹ ਸੇਵਾ ਕੇਂਦਰ ਖੁੱਲ੍ਹ ਜਾਂਦਾ ਆ, ਆਮ ਜਨਤਾ ਨੂੰ ਕੀ ਫਾਇਦਾ ਹੋਊਗਾ? ਸਾਰੀਆਂ ਸਹੂਲਤਾਂ ਉਹਨਾਂ ਨੂੰ ਘਰ ਮਿਲ ਕੇ ਮਿਲਣਗੀਆਂ।
ਧੰਨਵਾਦ ਜੀ। ਇਹ ਪਿਛਲੀ ਸਰਕਾਰ ਦਾ ਸੀਗਾ, ਇਹ ਜਿਹੜਾ ਸਹੂਲਤ ਦਿੱਤੀ ਸੀ ਇਹਨਾਂ ਨੇ ਖੋਲ੍ਹ ਲਈ, ਇਹ ਕਾਂਗਰਸ ਵਾਲਿਆਂ ਨੇ। ਸਰਕਾਰ ਬਦਲਦੇ ਪਹਿਲਾਂ ਇਹਨਾਂ ਦੇ ਤਨਖਾਹਾਂ ਬੰਦ ਕੀਤੀਆਂ, ਫਿਰ ਪੋਸਟਾਂ ਚੱਕ ਲਈਆਂ ਇਹਨਾਂ ਨੇ। ਸ਼ਹਿਰਾਂ 'ਚ ਹਲੇ ਹੈਗੀਆਂ। ਜਿੱਦਾਂ ਇੰਨਾ ਖਰਚਾ ਕੀਤਾ ਹੈ ਸਰਕਾਰ ਨੇ, ਬਿਲਡਿੰਗਾਂ ਇੰਨੀਆਂ ਵਧੀਆ ਬਣਾਈਆਂ ਸੀਗੀਆਂ, ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਹੁਣ ਕੋਈ ਫਾਇਦਾ ਨਹੀਂ ਹੈ, ਖੰਡਰ ਬਣ ਜਾਂਦੇ। ਦਿਖਾਉਂਦੇ ਆ ਤੁਹਾਨੂੰ ਬਿੰਜੋ ਵਾਲੇ ਸੇਵਾ ਕੇਂਦਰ ਦਾ ਹਾਲ ਤਾਂ ਤਕਰੀਬਨ ਉਹੀ ਆ ਦਰਸ਼ਕੋ, ਉਹੀ ਆ ਜਿੱਦਾਂ ਦਾ ਬਾਕੀ ਪਿੱਛੇ ਜਿਨ੍ਹਾਂ ਪਿੰਡਾਂ 'ਚ ਤੁਸੀਂ ਦੇਖ ਕੇ ਆਏ ਆ। ਪਾਂਗੂ ਕਿਉਂ ਆ, ਵਧੀਆ ਇਹ ਬਿਲਡਿੰਗਾਂ ਸੀਗੀਆਂ, ਸਾਰਾ ਸਮਾਨ ਨਸ਼ੇੜੀਆਂ ਨੇ ਪੱਟ ਲਿਓ, AC ਪੱਟ ਲਿਓ ਉਹਨਾਂ ਦੇ ਵਿੱਚੋਂ। ਆ ਦੇਖੋ ਜਨਰੇਟਰ ਕਿੰਨੇ ਵਧੀਆ ਸੀਗੇ, ਬੇਲਾਂ ਉੱਗੀਆਂ ਆ। ਕੀ ਨਾਮ ਜੀ ਆਪਣਾ? ਗੁਰਮੀਤ ਸਿੰਘ। ਕਿਹੜਾ ਪਿੰਡ ਜੀ? ਬਿੰਜੋ ਜੀ। ਆਪਾਂ ਬਿੰਜੋ ਸੇਵਾ ਕੇਂਦਰ ਦੇ ਹਾਲਾਤ ਦੇਖੇ ਆ, ਇਹ ਖੰਡਰ ਬਣ ਗਿਆ ਆ। ਜਦੋਂ ਇਹ ਪਹਿਲਾਂ ਚੱਲਦਾ ਸੀ ਕੀ ਸਹੂਲਤਾਂ ਸਨ ਇੱਥੇ? ਸਹੂਲਤਾਂ ਜੋ ਵੀ ਬਜ਼ੁਰਗ ਆ ਜਾਂ ਸਿਆਣਾ ਬੰਦਾ ਕੋਈ ਵੀ ਆ ਕੇ ਪਿੰਡ ਬਿੱਲ ਜਮ੍ਹਾਂ ਕਰਾ ਸਕਦਾ। ਆਲੇ ਦੁਆਲੇ ਪਿੰਡਾਂ ਨੂੰ ਵੀ ਮੌਜ ਵਾ, ਜਿੱਦਾਂ ਆਪਣੇ ਪਟੋਰੀ ਹੋ ਗਿਆ, ਬਹਿਲਪੁਰ ਹੋ ਗਿਆ, ਸਾਰੇ ਨੇੜੇ ਪਿੰਡ ਹੈਗੇ ਆ। ਐਮਾ ਜੱਟਾਂ ਹੋ ਗਿਆ, ਸਾਰਿਆਂ ਨੂੰ, ਬਰੀਲੇ ਹੋ ਗਿਆ, ਰਾਮਪੁਰ ਹੋ ਗਿਆ, ਸਾਰਿਆਂ ਨੂੰ ਸਹੂਲਤ ਹੈਗੀ ਆ। ਹੁਣ ਜਦੋਂ ਕਿਤੇ ਤੁਹਾਨੂੰ ਆਪਣੇ ਸੇਵਾ ਕੇਂਦਰ ਦਾ ਕੰਮ ਕਿੱਥੇ ਕਰਾਉਣ ਜਾਣਾ ਪੈਂਦਾ? ਇਹ ਕਟਾਰੀਆਂ ਜਾਂਦੇ ਆ। ਇਹ ਬੰਦ ਹੋਣ ਨਾਲ ਕਿਤੇ ਨਾ ਕਿਤੇ ਆਮ ਜਨਤਾ ਨੂੰ ਬਹੁਤ ਮੁਸ਼ਕਲ ਪੇਸ਼ ਆਈ ਆ। ਮੁਸ਼ਕਲ ਤਾਂ ਹੈਗੀ ਹੈ ਜੀ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ? ਸਰਕਾਰ ਨੂੰ, ਗੌਰਮੈਂਟ ਨੂੰ ਇਹੀ ਅਪੀਲ ਹੈ, ਜਿਹੜਾ ਸੁੱਖ ਸੁਵਿਧਾ ਹੈਗੀ ਆ ਉਹਨੂੰ ਬਹਾਲ ਕਰਨਾ ਚਾਹੀਦਾ। ਜੋ ਸੇਵਾ ਕੇਂਦਰ ਆ ਜਾਂ ਉਹਨੂੰ ਬਹਾਲ ਕਰਨਾ ਚਾਹੀਦਾ। ਤੁਸੀਂ ਕੀ ਸਮਝਦੇ ਆ ਵੀ ਸਰਕਾਰ ਨੂੰ ਇਹ ਦੁਆਰਾ ਖੋਲ੍ਹਣੇ ਚਾਹੀਦੇ ਆ? ਇਹ ਖੋਲ੍ਹਣੇ ਚਾਹੀਦੇ ਲਾਜ਼ਮੀ ਜੀ। ਇਹਨਾਂ ਦਾ ਕੀ ਫਾਇਦਾ ਸੀ ਆਮ ਜਨਤਾ ਨੂੰ? ਇਹਦਾ ਗਰੀਬ ਬੰਦੇ ਜਿਹੜੇ ਆਮ ਜਿਹੜੇ ਨਹੀਂ ਜਾ ਸਕਦੇ ਉਹਨਾਂ ਨੂੰ ਸਭ ਤੋਂ ਵਧੀਆ ਫਾਇਦਾ ਆ। ਬਜ਼ੁਰਗ ਸਿਆਣੇ ਨਹੀਂ ਜਾ ਸਕਦੇ ਹੈਗੇ, ਗੜਸ਼ੰਕਰ ਤੋਂ ਬਿਨਾਂ ਕੰਮ ਨਹੀਂ ਹੁੰਦਾ ਹੈਗਾ। ਕਟਾਰੀਆਂ ਚਲੋ, ਕਟਾਰੀ ਨਹੀਂ ਵੀ ਵਾਜੀ, ਕਟਾਰੀਆਂ ਵਾਲੇ ਵੀ ਚੱਕਰ ਲਵਾਉਂਦੇ ਆ। ਹਾਂ, ਉਹ ਕਹਿੰਦੇ ਗੜਸ਼ੰਕਰ ਜਾਓ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਇਹੀ ਕਹਿੰਦੇ ਨਿਵਾਲ ਕੀਤਾ ਜਾਵੇ, ਸਾਰੀ ਸੁਵਿਧਾ ਮਿਲੇ ਇੱਥੇ ਜਨਤਾ ਨੂੰ। ਦਰਸ਼ਕੋ, ਹੁਣ ਅਸੀਂ ਪਹੁੰਚੇ ਹਾਂ ਪਿੰਡ ਮਜਾਰਾ ਡਿੰਗਰੀਆਂ ਦੇ ਬੰਦ ਪਏ ਸੇਵਾ ਕੇਂਦਰ। ਹੁਣ ਤੁਸੀਂ ਦੇਖ ਲਓ ਮੇਰੇ ਪਿੱਛੇ ਦਾ ਹਾਲ ਕਿੱਦਾਂ ਦਾ ਆ। ਬਈ ਉਹੀ ਹਾਲ ਵਾ, ਉਹੀ ਕੰਡੀਸ਼ਨ ਵਾ ਜਿੰਨੇ ਵੀ ਅੱਜ ਤੁਹਾਨੂੰ ਪਹਿਲਾਂ ਇਸ ਵੀਡੀਓ ਦੇ ਵਿੱਚ ਸੇਵਾ ਕੇਂਦਰ ਦਿਖਾਏ ਆ, ਸਾਰਿਆਂ ਦੇ ਹਾਲਾਤ ਇਹੀ ਆ। ਇੱਕ ਬਾਈ ਮਿਲਿਆ, ਉਹਦੇ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਠੀਕ ਆ ਜੀ। ਬਾਈ ਜੀ ਕਿਹੜਾ ਪਿੰਡ? ਪਿੰਡ ਮੇਰਾ ਇਹੀ ਆ, ਮੇਰਾ ਡਿੰਗਰੀਆਂ ਜੀ। ਬਾਈ ਜੀ ਕਿੰਨਾ ਕੁ ਸਮਾਂ ਹੋ ਗਿਆ ਇਸ ਸੇਵਾ ਕੇਂਦਰ ਬੰਦ ਪਏ ਨੂੰ? ਸੇਵਾ ਕੇਂਦਰ ਜਦੋਂ ਕਦਾ ਬਣਿਆ ਜੀ ਉਦੋਂ ਕਦਾ ਬੰਦ ਹੀ ਆ ਜੀ। ਇਹ ਬਾਈ ਇਹਦੇ ਬੰਦ ਹੋਣ ਦੇ ਨਾਲ ਕੀ ਸਮੱਸਿਆਵਾਂ ਪੇਸ਼ ਆਈਆਂ? ਬੰਦ ਹੋਣ ਨਾਲ ਸਮੱਸਿਆ ਇੱਕ ਤਾਂ ਸਾਨੂੰ ਜਾਣਾ ਦੂਰ ਪੈਂਦਾ, ਕੋਈ ਵੀ ਕੰਮ ਕਰਨਾ ਪੈਂਦਾ, ਆਪਣਾ ਫਾਈਲ ਬਣਾਉਣੀ ਪੈਂਦੀ, ਕੋਈ ਵੀ ਆਧਾਰ ਕਾਰਡ ਬੱਚੇ ਦਾ ਜਾਂ ਆਪਣਾ ਬਣਾਉਣਾ ਪੈਂਦਾ, ਸਾਨੂੰ ਜੱਸੋਵਾਲ ਜਾਣਾ ਪੈਂਦਾ ਜੀ। ਜੱਸੋਵਾਲ ਇੱਥੋਂ ਕਿੰਨੇ ਕਿਲੋਮੀਟਰ ਆ? ਜੱਸੋਵਾਲ ਇੱਥੋਂ ਘੱਟੋ ਘੱਟ 6-7 ਕਿਲੋਮੀਟਰ ਆ ਜੀ। ਉੱਥੇ ਇੱਕੋ ਦਿਹਾੜੀ 'ਚ ਕੰਮ ਹੋ ਜਾਂਦਾ? ਇੱਕ ਦੇ ਵਿੱਚ ਵੀ ਨਹੀਂ ਹੁੰਦਾ, ਬਾਅਦ ਵਿੱਚ ਫਾਈਲ ਬਣਾ ਕੇ ਦੇ ਦਿੰਦੇ ਆ ਜੀ। ਕਹਿੰਦੇ ਪਹਿਲਾਂ ਸਰਪੰਚ ਕੋਲ ਸਾਈਨ ਕਰਾਓ ਜਾਂ ਕਿਸੇ ਕੋਲ ਵੀ ਸਾਈਨ ਕਰਾਓ। ਉਹ ਸਾਈਨ ਕਰਾ ਕੇ ਫਿਰ ਸਾਨੂੰ ਫਿਰ ਦੁਬਾਰਾ ਦੂਜੀ ਦਿਹਾੜੀ ਭੰਨ ਕੇ ਫਿਰ ਜਾਣਾ ਪੈਂਦਾ। ਫਿਰ ਅਸੀਂ ਜਾਂਦੇ ਆ, ਫਿਰ ਕੋਈ ਨਾ ਕੋਈ ਪ੍ਰੋਬਲਮ ਕੱਢ ਕੇ ਫਿਰ ਵਾਪਸ ਭੇਜ ਦਿੰਦੇ ਆ ਇੱਥੇ ਜਾਓ ਗੜਸ਼ੰਕਰ ਜਾਓ, ਜਿੱਥੋਂ ਆਹ ਸਾਈਨ ਕਰਾ ਕੇ ਲਿਆ ਜਾ, ਪੇਪਰ ਬਣਾ ਕੇ ਲੈ ਕੇ ਆਓ। ਜਾਣੀ ਤਕਰੀਬਨ ਸਾਡੀਆਂ 2-3 ਦਿਹਾੜੀਆਂ ਕੋਈ ਇੱਕ ਪੇਪਰ ਬਣਾਉਣ ਦੇ ਫੁੱਟ ਜਾਂਦੇ ਆ। ਆਮ ਜਿਹੜਾ ਮਜ਼ਦੂਰ ਬੰਦਾ ਆ ਉਹਦੇ ਲਈ ਬਹੁਤ ਪਰੇਸ਼ਾਨੀ ਆ ਹੁਣ ਜੀ। ਪਰੇਸ਼ਾਨੀ ਮੈਂ ਤਾਂ ਹੁਣੇ ਆਇਆ ਜੀ, ਆਧਾਰ ਕਾਰਡ ਆਪਣੀ ਬੱਚੀ ਦਾ ਬਣਾਉਣਾ, 1.5 ਸਾਲ ਦੀ ਬੱਚੀ ਆ ਜੀ ਮੇਰੀ। ਮੈਂ ਹੁਣੇ ਇੱਕ ਦੁਕਾਨ ਖੋਲ੍ਹੀ ਸਾਡੇ ਪਿੰਡ, ਉਹ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਾਰਾ ਕੁਝ ਬਣਾਉਂਦਾ, ਪਰ ਮੈਂ ਕੋਲ ਪੁੱਛ ਕੇ ਆਇਆ ਹੁਣੇ। ਉਹ ਕਹਿੰਦਾ ਵੀ ਨਹੀਂ, ਪਹਿਲਾਂ ਤੁਹਾਨੂੰ ਜੱਸੋਵਾਲ ਪਹਿਲੀ ਵਾਰੀ ਆਧਾਰ ਕਾਰਡ ਉੱਥੇ ਜੱਸੋਵਾਲ ਬਣਨਾ ਆ। ਹੁਣ ਮੈਂ ਦੇਖਦਾ ਜੱਸੋਵਾਲ ਜਾਊਂਗਾ, ਪਹਿਲਾਂ ਕਿਤੇ ਆਪਣੀ ਦਿਹਾੜੀ ਭੰਨੂਗਾ, ਉਹ ਵੀ ਦੇਖੂੰਗਾ ਜਿੱਦਣ ਫੁੱਟਦੀ ਮੇਰਾ ਟਾਈਮ ਹੋਊਗਾ ਉਦਣ ਜਾ ਹੋਣਾ ਆ। ਸਾਨੂੰ ਵੀ ਜ਼ਰੂਰੀ ਚਾਹੀਦਾ ਆ। ਅੱਗੇ ਸੀਗਾ ਇੱਥੇ ਚੱਲ ਪ੍ਰੋਬਲਮ ਕੋਈ ਵੀ ਹੱਲ ਹੋ ਜਾਂਦੀ ਸੀਗੀ। ਬਾਈ ਜੀ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ? ਸਰਕਾਰ ਨੂੰ ਤਾਂ ਇਹੀ ਆ, ਜਿਹੜੇ ਬੰਦ ਦਾ ਖੋਲ੍ਹ ਦਿੱਤੇ ਜਾਣ, ਹੋਰ ਕੋਈ ਅਪੀਲ ਇਹੀ ਆ ਜੀ ਵੀ ਸਾਨੂੰ ਥੋੜ੍ਹੀ ਜਿਹੀ ਸਮੱਸਿਆ ਹੱਲ ਹੋ ਜਾਊਗੀਆਂ ਸਾਡੀਆਂ, ਹੋਰ ਤਾਂ ਕੁਛ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਖਤਾਵਰ ਸਿੰਘ, ਇੱਕ ਸਰਪੰਚ ਮਜਾਰਾ ਡਿੰਗਰੀਆਂ। ਜਿਹੜੀ ਸੁਵਿਧਾ ਸੈਂਟਰਾਂ ਦੀ ਗੱਲ ਆ, ਇਹਦਾ ਬੜਾ ਸੁੱਖ ਸੀ ਸਾਨੂੰ ਪਿੰਡਾਂ ਵਾਲਿਆਂ ਨੂੰ। ਜਿਵੇਂ 6-7 ਪਿੰਡਾਂ ਨਾਲ ਅਟੈਚ ਆ ਸਾਡਾ, ਜੇ ਖੁੱਲ੍ਹ ਜਾਣ ਤਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਆ। ਇੱਥੇ ਜਦੋਂ ਇਹ ਸੁਵਿਧਾ ਕੇਂਦਰ ਖੁੱਲ੍ਹਿਆ ਸੀਗਾ, ਆਮ ਜਨਤਾ ਨੂੰ ਕੀ ਫਾਇਦੇ ਸੀ ਇਹਦੇ? ਇੱਥੇ ਕੋਰਟ ਮੈਰਿਜਾਂ, ਬਾਕੀ ਹੋਰ ਜਿੰਨੇ ਵੀ ਅਸਰਾ ਲਾਇਸੈਂਸ, ਹੋਰ ਲਾਇਸੈਂਸ, ਸਾਰੇ ਜਿਹੜੇ ਕੰਮ ਸੇ ਇੱਥੇ ਹੁੰਦੇ ਸੀ ਸਾਰੇ। ਜਿਸ ਲਈ ਹੁਣ ਸਾਨੂੰ 1-2 ਜਿੱਥੇ ਰਸ਼ ਕਹਿਰ ਦਾ ਹੁੰਦਾ ਉੱਥੇ ਜਾਣਾ ਪੈਂਦਾ। ਜੇ ਸੇਵਾ ਕੇਂਦਰ ਦੇ ਨਾਲ ਜੋੜ ਦਿੱਤਾ ਆ, ਉੱਥੇ ਇੱਕ ਦਿਹਾੜੀ ਵਿੱਚ ਕੰਮ ਹੋ ਜਾਂਦਾ? ਬੜੀ ਮੁਸ਼ਕਿਲ ਨਾਲ। ਗੜਸ਼ੰਕਰ ਦੇ ਉੱਥੇ ਜਿਹੜਾ ਕੰਮ ਕਰਾਉਣਾ ਬਹੁਤ ਮੁਸ਼ਕਿਲ ਆ, 2-2 ਦਿਨ ਲੱਗਦੇ ਆ। ਸਰਪੰਚ ਸਾਹਿਬ, ਇਹਨਾਂ ਸੇਵਾ ਕੇਂਦਰਾਂ ਬਾਰੇ ਸਰਕਾਰ ਤੋਂ ਕੀ ਮੰਗ ਕਰਦੇ ਆ? ਅਸੀਂ ਪਹਿਲਾਂ ਵੀ ਮੰਗ ਕੀਤੀ ਸੀ, ਜਦੋਂ ਬੰਦ ਹੋਏ ਆ ਅਸੀਂ ਐਪਲੀਕੇਸ਼ਨ BDC ਸਾਹਿਬ ਨੂੰ ਦਿੱਤੀ ਸੀ ਵੀ ਸਾਨੂੰ 5-7 ਪਿੰਡਾਂ ਨੂੰ ਸੌਖ ਆ ਵੀ ਇਹ ਜਿਹੜੇ ਆ ਬੰਦ ਨਹੀਂ ਹੋਣੇ ਚਾਹੀਦੇ।
ਪਰ ਸਰਕਾਰਾਂ ਦੀ ਆਪਣੀ ਮਰਜ਼ੀ ਹੁੰਦੀ ਆ ਤੇ ਹੁਣ ਵਾਲੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਆਓ ਦਿਖਾਉਂਦੇ ਹਾਂ ਮਜਾਰਾ ਡਿੰਗਰੀਆਂ ਦੇ ਸੇਵਾ ਕੇਂਦਰ ਦਾ ਹਾਲ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਆ ਤੁਸੀਂ ਹਾਲਾਤ ਦਿਖਾਓ ਸੇਵਾ ਕੇਂਦਰਾਂ ਦੇ। ਆ ਜਿਹੜੀ ਵਿੰਡੋ ਹੁੰਦੀ ਆ ਇਹਦੇ ਵਿੱਚ ਏਸੀ ਫਿੱਟ ਹੁੰਦਾ, ਇੱਥੋਂ ਏਸੀ ਵੀ ਕੋਈ ਕੱਢ ਕੇ ਲੈ ਗਿਆ। ਜੇ ਹੁਣ ਪਿੱਛੇ ਵੱਲ ਨੂੰ ਚੱਲੀਏ, ਆਹ ਦੇਖੋ ਸਾਇਲੈਂਟ ਜਨਰੇਟਰ ਪਿਆ ਸੀ ਇੱਥੇ, ਇਹਦੇ ਪਾਰਟ ਵੀ ਕੱਢ ਲਏ ਗਏ ਆ। ਇਹ ਘੱਟੋ ਘੱਟ 2.5-3 ਲੱਖ ਤੋਂ ਉੱਪਰ ਦਾ ਜਨਰੇਟਰ ਹੋਣਾ ਆ, ਇਹਦੇ ਪਾਰਟ ਕੱਢ ਲਏ ਆ। ਤੁਸੀਂ ਦੇਖੋ, ਮੈਂ ਆਪਣੇ ਕੈਮਰਾਮੈਨ ਬਾਈ ਨੂੰ ਕਹੂੰਗਾ ਵੀ ਇਹ ਸਾਰਾ ਕੁਝ ਦਿਖਾ। ਇਹਦਾ ਜਿਹੜਾ ਉੱਪਰਲਾ ਢੱਕਣ ਆ ਉਹ ਉੱਪਰ ਪਿਆ ਆ ਬਈ। ਪਤਾ ਨਹੀਂ ਇਹ ਹੁਣ ਚੋਰਾਂ ਦੇ ਕਿਸ ਕੰਮ ਆ, ਕਿਹੜੇ ਪਾਰਟ ਆ, ਸਾਨੂੰ ਤਾਂ ਇਸ ਗੱਲ ਬਾਰੇ ਪਤਾ ਨਹੀਂ। ਸਰਕਾਰ ਦੇ ਪੈਸੇ ਇੰਨੇ ਵਿਅਰਥ ਜਾਂਦੇ, ਇਹ ਕਿਤੇ ਨਾ ਕਿਤੇ ਸਾਡੀ ਆਮ ਜਨਤਾ ਦਾ ਹੀ ਟੈਕਸ ਵਾ ਵੀ ਜਿਨ੍ਹਾਂ ਦੇ ਇਹ ਪੈਸੇ ਸੀਗੇ। ਇੱਕ ਸੇਵਾ ਕੇਂਦਰ 16 17 ਲੱਖ ਵਿੱਚ ਪਿਆ ਸੀਗਾ ਉਸ ਸਮੇਂ, ਪਰ ਹੁਣ ਤੁਸੀਂ ਹਾਲਾਤ ਦੇਖ ਕੇ ਦੇਖੋ ਕਿੱਦਾਂ ਪੈਸੇ ਦੀ ਬਰਬਾਦੀ ਹੋ ਰਹੀ ਆ। ਇੰਨੀਆਂ ਵਧੀਆ ਬਿਲਡਿੰਗਾਂ ਬਣੀਆਂ ਆ, ਸਰਕਾਰ ਸਿਰਫ ਇਹਦੇ ਵਿੱਚ 1-2 ਇੰਪਲਾਈ ਰੱਖ ਕੇ ਇਹਦਾ ਦੁਬਾਰਾ ਕੰਮ ਸ਼ੁਰੂ ਕਰਾਵੇ ਤਾਂ ਕਿ ਜਿਹੜੇ ਆਮ ਲੋਕਾਂ ਨੂੰ ਸਹੂਲਤ ਮਿਲ ਸਕੇ, ਆਮ ਪਬਲਿਕ ਨੂੰ ਸਹੂਲਤ ਮਿਲ ਸਕੇ। ਇਸੇ ਪਿੰਡ ਦੇ ਵਸਨੀਕ ਹੋ? ਹਾਂਜੀ ਹਾਂਜੀ। ਇਹ ਸੇਵਾ ਕੇਂਦਰ ਬੰਦ ਹੋ ਗਏ ਆ, ਕੀ ਸਮੱਸਿਆ ਆਉਂਦੀਆਂ ਤੁਹਾਨੂੰ? ਇਹ ਸਾਨੂੰ ਜਾਣਾ ਪੈਂਦਾ, ਕਦੇ ਗੜਸ਼ੰਕਰ ਕਰੇ ਜਾਣਾ ਪੈਂਦਾ ਜੱਸੋਵਾਲ, ਉਹ ਸਾਡਾ ਕੰਮ ਨਹੀਂ ਕਰਦੇ। 2-2 3-3 ਦਿਨ ਅਸੀਂ ਉੱਦੇ ਘੁੰਮੀ ਜਾਈਦਾ, ਫੇਰ ਕੰਮ ਸਾਡੇ ਹੁੰਦੇ ਫੇਰ ਵੀ ਅਸਲੀ ਹੁੰਦੇ ਨਹੀਂ ਹੈ ਜੀ। ਇਹਦਾ ਸਾਨੂੰ ਇੰਨਾ ਸੁੱਖ ਸੀ ਨਾ ਕਿ ਜਦੋਂ ਸਾਡਾ ਛੋਟਾ ਮੁੰਡਾ ਕੋਈ ਆ ਜਾਏ ਸਾਰੇ ਕੰਮ ਅਸੀਂ ਇੱਥੇ ਕਰਾ ਲਈਦੇ ਸੀ। ਤੇ ਹੁਣ ਸਾਨੂੰ ਇੰਨੀ ਦਿੱਕਤ ਨਾ, ਪੱਬ ਤਾਂ ਹੁੰਦੇ ਹੀ ਨਹੀਂ। ਜੇ ਹੁਣ ਤਾਂ 2-2 3-3 ਦਿਨ ਸਾਨੂੰ ਜਾਣਾ ਪੈਂਦਾ ਤਾਂ ਸਾਡੇ ਕੰਮ ਜਾ ਕੇ ਹੁੰਦੇ ਆ। ਸਰਕਾਰ ਤੋਂ ਕੀ ਮੰਗ ਕਰਦੇ ਇਹਨਾਂ ਸੇਵਾ ਕੇਂਦਰਾਂ ਬਾਰੇ? ਕਹਿੰਦੇ ਆ ਜੀ ਇਹ ਚਾਲੂ ਹੋ ਜਾਏ, ਸਾਡੇ 5-7 ਪਿੰਡਾਂ ਨੂੰ ਇਹਦੀ ਇੰਨੀ ਮੌਜ ਆ ਕਿ ਅਸੀਂ ਇੱਥੇ ਬਿੱਲ ਵੀ ਤਾਰ ਸਕਦੇ ਹਾਂ, ਆਪਣਾ ਸਰਕਾਰੀ ਕੰਮ ਸਾਰੇ ਇੱਥੇ ਕਰਾ ਸਕਦੇ ਹਾਂ। ਜੇ ਸਾਡੇ ਹੱਲ ਹੋ ਜਾਣਾ ਤਾਂ ਬਹੁਤ ਵਧੀਆ, ਜੇ ਨਹੀਂ ਹੱਲ ਹੋਣਾ ਤਾਂ ਵੀ ਉਹਨਾਂ ਦੀ ਮਰਜ਼ੀ। ਪਰ ਸਾਡੀ ਤਾਂ ਇਹ ਜ਼ੋਰ ਉਹਨਾਂ ਤੋਂ ਅਪੀਲ ਹੈ ਕਿ ਇਹਨੂੰ ਸ਼ੁਰੂ ਕੀਤਾ ਜਾਵੇ ਕਿ ਜਿਹੜੇ ਅਸੀਂ ਗੜਸ਼ੰਕਰ ਜਾ ਕੇ ਧੱਕੇ ਖਾਂਦੇ ਹਾਂ ਜਾਂ ਜੱਸੋਵਾਲ ਜਾ ਕੇ ਧੱਕੇ ਖਾਂਦੇ ਉਹ ਸਾਡੇ ਧੱਕੇ ਬੰਦ ਹੋ ਜਾਣ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਤੁਸੀਂ ਦੇਖਿਆ ਵੀ ਜਿਹੜੇ ਆਮ ਬੰਦਾ ਆ ਉਹਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਇਹਨਾਂ ਸੇਵਾ ਕੇਂਦਰਾਂ ਦੇ ਬੰਦ ਹੋਣ ਕਰਕੇ। ਹੁਣ ਤੁਸੀਂ ਸਾਰੀ ਵੀਡੀਓ ਦੇਖ ਲਈ। ਮੈਂ ਹੁਣ ਇੱਥੇ ਇਹ ਦੱਸਣਾ ਚਾਹੁੰਦਾ ਬਈ ਇਹ ਇਕੱਲੇ ਕਿਤੇ ਇੱਕ ਸੇਵਾ ਕੇਂਦਰ ਦੀ ਗੱਲ ਨਹੀਂ ਹੈਗੀ, ਕਿਉਂਕਿ ਪੰਜਾਬ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਬਈ ਬਾਦਲ ਸਰਕਾਰ ਨੇ 2200-2300 ਸੇਵਾ ਕੇਂਦਰ ਸ਼ੁਰੂ ਕੀਤੇ ਸੀ ਤੇ ਉਹਦੇ ਵਿੱਚ ਜਦੋਂ ਕੈਪਟਨ ਸਰਕਾਰ ਆਈ ਤਾਂ ਉਹਨੇ 1500-1600 ਸੇਵਾ ਕੇਂਦਰ ਬੰਦ ਕਰ ਦਿੱਤਾ। ਮੌਜੂਦਾ ਹੁਣ ਸਿਰਫ 500 ਸੇਵਾ ਕੇਂਦਰ ਚੱਲਦੇ ਆ। ਉਹਨਾਂ 500 ਸੇਵਾ ਕੇਂਦਰਾਂ ਵਿੱਚ ਰਸ਼ ਬਹੁਤ ਰਹਿੰਦਾ ਕਿਉਂਕਿ ਇੱਕ ਸੇਵਾ ਕੇਂਦਰ ਨੂੰ ਹੁਣ 50-50 60-60 ਪਿੰਡ ਲੱਗਦੇ ਆ। ਜਦੋਂ ਪਹਿਲਾਂ ਇਹ ਸੇਵਾ ਕੇਂਦਰ ਸੀ ਹਰੇਕ ਪਿੰਡ ਨੂੰ 5-6 ਪਿੰਡ, ਹਰੇਕ ਸੇਵਾ ਕੇਂਦਰ ਨੂੰ 5-6 ਪਿੰਡ ਲੰਘਦੇ ਸੀ ਤੇ ਲੋਕਾਂ ਦਾ ਕੰਮ ਸੌਖਾ ਹੁੰਦਾ ਸੀ। ਇਸੇ ਕਰਕੇ ਇਸ ਵੀਡੀਓ ਰਾਹੀਂ ਇੱਕ ਛੋਟੀ ਜਿਹੀ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹਨਾਂ ਜਿਹੜੇ ਬੰਦ ਹੋਏ ਸੇਵਾ ਕੇਂਦਰ ਆਵੇ, ਤੁਹਾਡੇ ਕੋਲ ਸਭ ਕੁਝ ਆ, ਬਿਲਡਿੰਗ ਬਣੀ ਹੋ ਆ, ਸਭ ਕੁਝ ਸਰੋਤ ਵੀ ਹੈਗੇ ਆ, ਇਹਨਾਂ ਸੇਵਾ ਕੇਂਦਰਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜੀ ਆਮ ਪਬਲਿਕ ਆ ਉਹਦਾ ਟਾਈਮ ਤੇ ਸਮਾਂ ਤੇ ਪੈਸੇ ਦੀ ਬਚਤ ਹੋਵੇ। ਧੰਨਵਾਦ ਜੀ। ਦੇਖਦੇ ਰਹੋ ਪੰਜਾਬੀ ਸਟੂਡੀਓ, ਪੰਜਾਬਾਂ ਦੀ ਧਰਤੀ ਤੋਂ।